नासक बिघ्नन के हर गोबिंद शुभ सुमत पर का श्री हर राय नमो कर जोरी नमो कर श्री हर कृष्ण मनाए बहोरी तेग बहादुर परम कृपाला जी परम कृपाला श्री गुरु गोबिंद सिंह बेसाला तरो तरा पर पुन पुन सीसा जी पुन पुन सीसा बंदों बार बार जगदीसा एकंकारा सतगुरु तेह प्रसाद सच होए। वाहिगुरु जी की फतेह है विघ्न विनाशन सोए। वाहिगुरु जी की फतेह है विघ्न विनाशन सोए। सतनाम श्री वाहिगुरु साहिब जीओ। कबित कैसे कहूँ होए सब जीतो जाए ताको अब आवन न देहो किदों चेलो कर ल्यायो। देह को बनाओ बूझो जोग हूँ के बाद करो कैसे कह जवाब दे ताए को हटायो। कितो हूँ ते आयो कित देश जायो चाहे सो मन के मनोरथा और जो बिलायो। कीजे ना आवार दीजे आय से उचार जीतो सब सिद्ध मंडली को बार जब पायो। वाहिगुरु जी का खालसा वाहिगुरु जी की फतेह। राजान राज पानान पान देवान देव उपमा महान जुग हो जुग अटल चवर छतर तख्त के मालिक साहिबे कमाल। हाजरा हजूर जहरा जहूर सर्ब कला भरपूर सतगुरु धन धन श्री गुरु ग्रंथ साहिब जी महाराज। नौवें पातशाह श्री गुरु तेग बहादुर साहब जी दे पावन पवित्र स्थान गुरुद्वारा श्री दुख निवारण साहब दे पावन पवित्र सतगुरु जी दे सजे होए दरबारां विच गुरु प्रेम अंदर भिज बैठी गुरु स्वरूप गुरु खालसा साध संगत जी। सतगुरु साहिब जी ने अपार रहमत बख्शिश की है। गुरु चरणा पास जुड़ करके जीवन का कीमती समा सफल बनाउण दा सतगुरां ने सानू सुभाग बख्शिया है। अमृत गुरबाणी दे रस भिन्ने कीर्तन आप जी ने सरवण कीते हन। उपरंत जगत गुरदेव गुरु नानक देव जी महाराज सच्चे पातशाह जी दे पावन पवित्र मुबारक जीवन दा लड़ीवार इतिहास सरवण करन वास्ते आप जी नेता प्रत न्यायी हाजरियां भर रहे हो।
ਕੱਲ ਦੇ ਪ੍ਰਕਰਣਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਿੱਧਾਂ ਦਾ ਉਧਾਰ ਕਰਨ ਵਾਸਤੇ ਸ਼ਮੇਰ ਪਰਬਤ ਪਹੁੰਚੇ ਹਨ। ਜਦੋਂ ਗੋਰਖਨਾਥ ਨੂੰ ਪਤਾ ਲੱਗਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਰਖ ਕਰਨ ਵਾਸਤੇ ਆਇਆ, ਕਿਉਂਕਿ ਪਾਤਸ਼ਾਹ ਵੀ ਉੱਥੇ ਜਾਂਦੇ ਸਨ ਜਿੱਥੇ ਜਿੱਥੇ ਰੋਗੀ ਰਹਿੰਦੇ ਸਨ। ਅਕਸਰ ਇਹੋ ਜਿਹੇ ਰੋਗੀ ਧਾਰਮਿਕ ਸਥਾਨਾਂ ਦੇ ਉੱਪਰ ਜ਼ਿਆਦਾ ਮਿਲਦੇ ਸਨ। ਗੁਰੂ ਨਾਨਕ ਸਾਹਿਬ ਜੀ ਦਾ ਜਿਤਨਾ ਵੀ ਆਪਣਾ ਚਾਰ ਉਦਾਸੀਆਂ ਦਾ ਭਰਮਣ ਵੇਖੀਏ, ਗੁਰੂ ਸਾਹਿਬ ਜੀ ਜਿਸ ਵੀ ਇਲਾਕੇ ਵਿੱਚ ਜਾਂਦੇ ਨੇ ਧਾਰਮਿਕ ਸਥਾਨ ਤੇ ਪਹਿਲਾਂ ਜਾਂਦੇ ਨੇ, ਕਿਉਂਕਿ ਉੱਥੇ ਰੋਗੀਆਂ ਦੀ ਭਰਮਾਰ ਜ਼ਿਆਦੀ ਹੁੰਦੀ ਹੈ। ਭਾਵੇਂ ਕੋਈ ਧਾਰਮਿਕ ਮਨੁੱਖ ਹੋਵੇ, ਭਾਵੇਂ ਕੋਈ ਉਸ ਸਥਾਨ ਦੀ ਯਾਤਰਾ ਕਰਨ ਵਾਸਤੇ ਆਇਆ ਹੋਵੇ। ਔਰ ਸ਼ਮੇਰ ਪਰਬਤ ਤੋਂ ਪਰਬਤ ਜਿੱਥੇ ਸਿੱਧ ਛੁਪ ਬੈਠੇ ਪਰਬਤੀ ਕੌਣ ਜਗਤਰ ਕੋ ਪਾਰੇ ਉਤਾਰਾ, ਜਿੱਥੇ ਸਿੱਧ ਲੁਕ ਕੇ ਬੈਠੇ ਸਨ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹਨਾਂ ਸਿੱਧਾਂ ਦਾ ਪਾਜ ਉਘੇੜਨ ਵਾਸਤੇ ਔਰ ਇਹਨਾਂ ਦੇ ਭਲੇ ਵਾਸਤੇ ਉੱਥੇ ਪਹੁੰਚੇ। ਗੋਰਖਨਾਥ ਆਇਆ, ਚਰਚਾ ਕੀਤੀ, ਪਰ ਵੇਖਿਆ ਵੀ ਸਤਿਗੁਰਾਂ ਦੇ ਸਨਮੁਖ ਬੇਬਸ ਹੈ। ਜਿਸ ਸਿਲਾ ਤੇ ਮਹਾਰਾਜ ਬੈਠੇ ਹੋਏ ਸਨ ਉਹ ਸਿਲਾ ਉਡਾਉਣ ਦਾ ਉਹਨੇ ਯਤਨ ਕੀਤਾ, ਪਰ ਪਾਤਸ਼ਾਹ ਜੀ ਦੇ ਸਨਮੁਖ ਉਹਦੀ ਸ਼ਕਤੀ ਜਿਹੜੀ ਆ ਬਾਉਣੀ ਨਜ਼ਰ ਆਈ, ਕੁਝ ਕਰ ਨਾ ਸਕਿਆ। ਆਖਰਕਾਰ ਉਥੋਂ ਲੋਪ ਹੋ ਕਰਕੇ ਸਿੱਧ ਮੰਡਲੀ ਵਿੱਚ ਪ੍ਰਗਟ ਹੋ ਗਿਆ। ਮਨ ਵਿੱਚ ਬੜੀ ਚਿੰਤਾ ਸੀ ਔਰ ਚਾਹੁੰਦਾ ਵੀ ਸੀ ਵੀ ਐਸਾ ਜੋਗੀ ਕਲੀ ਮਾਹੇ ਹਮਰੇ ਪੰਥ ਕਰੈ ਉਜਿਆਲਾ। ਸੋਚਦਾ ਵੀ ਜੇ ਕਿਤੇ ਗੁਰੂ ਨਾਨਕ ਸਾਹਿਬ ਜੀ ਸਿੱਧ ਬਣ ਜਾਣ ਦਾ, ਇਹੋ ਜਿਹਾ ਜੋਗੀ ਸਾਡੇ ਪੰਥ ਨੂੰ ਜਗਤ ਵਿੱਚ ਪ੍ਰਗਟ ਕਰ ਦੇਗਾ। ਇਸ ਭਾਵ ਨੂੰ ਹਿਰਦੇ ਵਿੱਚ ਰੱਖ ਕੇ ਇਹਨੇ ਫਿਰ ਸਭਾ ਦੇ ਵਿੱਚ ਆ ਕੇ ਵੰਗਾਰਿਆ ਵੀ ਹੈ ਕੋਈ ਇੱਦਾਂ ਦਾ ਜਿਹੜਾ ਜਾ ਕੇ ਗੁਰੂ ਨਾਨਕ ਸਾਹਿਬ ਜੀ ਨਾਲ ਚਰਚਾ ਕਰੇ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਮੂਹ ਗੁਰਸਿੱਖ ਸੰਗਤਾਂ ਰਸਨਾ ਪਵਿੱਤਰ ਕਰੋ, ਪ੍ਰੇਮ ਸਹਿਤ ਜਪੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਕੈਸੇ ਕਉ ਹੋਏ ਸਭ, ਜੀਤੋ ਜਾਏ ਤਾਂ ਕੋ ਅਬ। ਜਦੋਂ ਗੋਰਖਨਾਥ ਨੇ ਆਖਿਆ ਵੀ ਕੋਈ ਹੈ ਇੱਦਾਂ ਦਾ ਸਿੱਧ ਜਿਹੜਾ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਜਿੱਤ ਲਵੇ। ਇਹਨਾਂ ਦੇ ਵਿੱਚ ਬੈਠਾ ਹੋਇਆ ਜਿਹੜਾ ਮਛੰਦਰ ਨਾਥ ਸੀ ਉਹ ਆਖਣ ਲੱਗਾ ਵੀ ਮੈਂ ਜਾਂਦਾ ਆ, ਮੈਂ ਜਾ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਜਿੱਤਾਂਗਾ। ਭਾਵੇਂ ਉਹ ਕੈਸੇ ਵੀ ਹੋਵਣ, ਕਰਾਮਾਤੀ ਹੋਵਣ, ਵਿਦਵਾਨ ਹੋਵਣ, ਕੋਈ ਮਹਾਤਮਾ ਹੋਵੇ, ਉਹਨਾਂ ਨੂੰ ਜਾ ਕੇ ਮੈਂ ਜਿੱਤ ਲਵਾਂਗਾ, ਉਹਨਾਂ ਦੇ ਉੱਪਰ ਜਿੱਤ ਦੀ ਪ੍ਰਾਪਤੀ ਕਰਾਂਗਾ। ਆਵਨ ਨਾ ਦੇਹੋਂ ਕਿਦੋਂ ਚੇਲੋ ਕਰ ਲਿਆਏ ਹੋਂ। ਪਹਿਲੀ ਗੱਲ ਵੀ ਉਹਨਾਂ ਨੂੰ ਇੱਥੇ ਮੈਂ ਆਉਣ ਹੀ ਨਹੀਂ ਦੇਣਾ, ਉਥੋਂ ਹੀ ਹਰਾ ਕੇ ਪਿੱਛੇ ਮੋੜ ਦੇਣਾ ਹੈ। ਤੇ ਜੇ ਨਾਲ ਲਿਆਵਾਂਗਾ ਜਾਂ ਫਿਰ ਚੇਲਾ ਬਣਾ ਕੇ ਲਿਆਵਾਂਗਾ, ਜਾਂ ਉਥੋਂ ਪਿਛਾਂ ਨੂੰ ਮੋੜ ਦਿਆਂਗਾ ਤੇ ਜਾਂ ਚੇਲਾ ਬਣਾ ਕੇ ਲਿਆਵਾਂਗਾ। ਦੇਹ ਕੋ ਬਣਾਓ ਬੂਝੋ ਜੋਗੋਂ ਕੋ ਬਾਦ ਕਰੋ। ਮੈਂ ਉਹਨਾਂ ਨੂੰ ਦੇਹ ਦੀ ਬਨਾਵਟ ਬਾਰੇ ਪੁੱਛਾਂਗਾ। ਸਰੀਰ ਵਿੱਚੋਂ ਜਦੋਂ ਮੁੱਖ ਦੁਆਰਾ ਹਵਾ ਬਾਹਰ ਨਿਕਲਦੀ ਹੈ ਕਿੰਨੀਆਂ ਉਂਗਲਾਂ ਦੂਰ ਜਾਂਦੀ ਹੈ, ਮੁੱਖ ਦੀ ਤਾਕੀ ਕਿੰਨੀਆਂ ਉਂਗਲਾਂ ਚੌੜੀ ਹੈ, ਕਲੇਜਾ ਕਿੰਨੀਆਂ ਉਂਗਲਾਂ ਚੌੜਾ ਹੈ, ਕਿੰਨੀਆਂ ਨਾੜਾਂ ਨੇ, ਕਿੰਨੇ ਜੋੜ ਨੇ ਸਰੀਰ ਵਿੱਚ। ਆਹ ਸਰੀਰ ਦੀ ਬਨਾਵਟ ਪੁੱਛਾਂਗਾ ਉਹਨਾਂ ਨੂੰ। ਫਿਰ ਯੋਗ ਦੇ ਸੰਬੰਧ ਵਿੱਚ ਉਹਨਾਂ ਦੇ ਨਾਲ ਮੈਂ ਚਰਚਾ ਕਰਾਂਗਾ। ਕੈਸੇ ਕਹਿ ਜਵਾਬ ਦੇ ਤਾਈ ਕੋ ਹਟਾਏ ਹੋਂ। ਦੇਖਾਂਗਾ ਵੀ ਉਹ ਮੇਰੀਆਂ ਗੱਲਾਂ ਦਾ ਕਿਵੇਂ ਜਵਾਬ ਦਿੰਦੇ ਨੇ।
ਔਰ ਸੁਭਾਵਕ ਹੈ ਵੀ ਉਹਨਾਂ ਨੂੰ ਮੇਰੀਆਂ ਗੱਲਾਂ ਦਾ ਜਵਾਬ ਨਹੀਂ ਆਉਣਾ, ਤੇ ਇਸ ਤਰ੍ਹਾਂ ਮੈਂ ਉਹਨਾਂ ਨੂੰ ਉੱਥੋਂ ਹੀ ਪਿਛਾਂਹ ਮੋੜ ਦਿਆਂਗਾ। ਕਿਤੋਂ ਤੇ ਆਇਓ ਕਿਤ ਦੇਸ਼ ਜਾਇਓ ਚਾਹੇ ਸੋ। ਉਹ ਕਿਸੇ ਪਾਸਿਓਂ ਚੱਲ ਕੇ ਆਏ ਨੇ ਤੇ ਕਿਸ ਦੇਸ਼ ਦੇ ਵਿੱਚ ਉਹ ਜਾਣਾ ਚਾਹੁੰਦੇ ਹਨ। ਮਨ ਕੇ ਮਨੋਰਥਾਂ ਔਰੇ ਜੋ ਬਿਲਾਇਓ। ਉਹਨਾਂ ਦੇ ਮਨ ਦੇ ਜਿਹੜੇ ਮਨੋਰਥ ਨੇ ਨਾ, ਏਦਾਂ ਗਾਲ ਦਿਆਂਗਾ ਜਿਵੇਂ ਔਲਾ ਗਲ ਜਾਂਦਾ ਹੈ, ਜਿਵੇਂ ਬਰਫ਼ ਦਾ ਟੁਕੜਾ ਪਿੰਗਲ ਜਾਂਦਾ ਹੈ ਨਾ, ਏਦਾਂ ਉਹਨਾਂ ਦੇ ਮਨ ਦਾ ਜਿਹੜਾ ਮਨੋਰਥ ਹੈ ਨਾ, ਇੱਥੋਂ ਅੱਗੇ ਜਾਣ ਦਾ, ਉਹ ਮਨੋਰਥ ਔਲੇ ਵਾਂਗੂ ਮੈਂ ਗਾਲ ਦਿਆਂਗਾ। ਕੀਜੇ ਨਾ ਆਵਾਰ ਦੀਜੇ ਆਇਸ ਉਚਾਰ ਜੀਤੋਂ। ਮਛੰਦਰ ਨਾਥ ਕਹਿੰਦਾ, ਗੋਰਖਨਾਥ ਜੀ ਕਿਰਪਾ ਕਰੋ, ਦੇਰੀ ਨਾ ਲਾਓ, ਮੈਨੂੰ ਆਗਿਆ ਦੇ ਦਿਓ। ਸਭੇ ਸਿੱਧ ਮੰਡਲੀ ਕੇ ਬਰ ਜਬ ਪਾਇਓ। ਜਦੋਂ ਮੈਂ ਸਾਰੀ ਸਿੱਧ ਮੰਡਲੀ ਦਾ ਵਰ ਪ੍ਰਾਪਤ ਕਰਾਂਗਾ ਤੇ ਫਿਰ ਜਾ ਕੇ ਮੈਂ ਉਹਨਾਂ ਨੂੰ ਜ਼ਰੂਰ ਜਿੱਤ ਲਵਾਂਗਾ। ਦੋਹਰਾ ਗੋਰਖ ਔਰ ਹੁਲ ਸਾਇ ਕੈ ਕੀਨੀ ਜਾਨ ਰਜਾਈ। ਮਛੰਦਰ ਨਾਥ ਦੇ ਬੋਲ ਸੁਣ ਕੇ ਗੋਰਖਨਾਥ ਹਿਰਦੇ ਵਿੱਚ ਬੜਾ ਪ੍ਰਸੰਨ ਹੋਇਆ ਵੀ ਕੋਈ ਤਾਂ ਹੈ ਜਿਹੜਾ ਜਾ ਕੇ ਚਰਚਾ ਕਰਨ ਵਾਸਤੇ ਤਿਆਰ ਹੈ। ਇਸ ਤਰ੍ਹਾਂ ਗੋਰਖਨਾਥ ਨੇ ਮਛੰਦਰ ਨਾਥ ਨੂੰ ਚਰਚਾ ਕਰਨ ਵਾਸਤੇ ਜਾਣ ਦੀ ਆਗਿਆ ਦਿੱਤੀ ਹੈ। ਜਾਨੀ ਮਨ ਏ ਆਨੈ ਜਾਂ ਕੋ ਤੇਜ ਸੁਭਾਈ। ਗੋਰਖਨਾਥ ਸੋਚਣ ਲੱਗਾ ਵੀ ਇਹਦਾ ਸੁਭਾਅ ਬੜਾ ਤੇਜ ਹੈ, ਥੋੜਾ ਜਿਹਾ ਕ੍ਰੋਧ ਵਾਲਾ, ਤਮਕ ਵਾਲਾ ਹੈ। ਇਹ ਜਾ ਕੇ ਜ਼ਰੂਰ ਗੁਰੂ ਨਾਨਕ ਸਾਹਿਬ ਜੀ ਨੂੰ ਜਿੱਤ ਲਵੇਗਾ, ਉਹਨਾਂ ਉੱਪਰ ਫਤਿਹ ਦੀ ਪ੍ਰਾਪਤੀ ਕਰ ਲਵੇਗਾ। ਜਿਉ ਗਜ ਨਿਜ ਔਰ ਗਰਭ ਕਰ ਸਿੰਘ ਜੀਤ ਨੇ ਚਾਏ। ਕਵੀ ਸੰਤੋਖ ਸਿੰਘ ਜੀ ਉਦਾਹਰਣ ਦਿੰਦੇ ਨੇ ਕਿ ਜਿਵੇਂ ਇੱਕ ਹਾਥੀ ਆਪਣੇ ਹਿਰਦੇ ਅੰਦਰ ਹੰਕਾਰ ਕਰਕੇ ਨਾ ਤੇ ਸ਼ੇਰ ਨੂੰ ਜਿੱਤਣ ਦਾ ਚਾਅ ਮਨ ਵਿੱਚ ਰੱਖ ਲੈਂਦਾ ਵੀ ਮੈਂ ਜਾ ਕੇ ਸ਼ੇਰ ਨੂੰ ਜਿੱਤ ਲਵਾਂਗਾ। ਉਹਨੂੰ ਇਹ ਹੁੰਦਾ ਵੀ ਮੇਰਾ ਆਕਾਰ ਬੜਾ ਵੱਡਾ, ਉਹਨੂੰ ਆਕਾਰ ਦਾ ਹੀ ਭਰਮ ਪੈ ਜਾਂਦਾ ਹੈ ਤੇ ਸ਼ੇਰ ਨੂੰ ਜਿੱਤਣ ਵਾਸਤੇ ਉਹ ਚੱਲ ਪੈਂਦਾ ਹੈ। ਮ੍ਰਿਗ ਕੋ ਪਟੇ ਵੰਗਾਰ ਕੈ ਸੋ ਗਮਨਿਓ ਏ ਪਾਈ। ਇਹ ਹਾਥੀ ਨੇ ਆਪ ਜਾਣ ਤੋਂ ਪਹਿਲਾਂ ਨਾ ਹਰਨ ਨੂੰ ਭੇਜ ਦਿੱਤਾ ਵੰਗਾਰ ਕੇ ਵੀ ਤੂੰ ਪਹਿਲਾਂ ਜਾ ਕੇ ਸ਼ੇਰ ਨੂੰ ਵੰਗਾਰ ਉਹਨੂੰ ਵੀ ਕੋਈ ਤਾਂ ਹੈ ਤੇਰੇ ਮੂਹਰੇ ਖੜਨ ਵਾਲਾ। ਕਵੀ ਜੀ ਕਹਿੰਦੇ ਇਸੇ ਪ੍ਰਕਾਰ ਜਾਣੋ ਵੀ ਗੋਰਖਨਾਥ ਹਾਥੀ ਦੇ ਸਮਾਨ ਸੀਗਾ ਤੇ ਉਹਨੇ ਮਛੰਦਰ ਨਾਥ ਰੂਪੀ ਹਰਨ ਨੂੰ ਭੇਜ ਦਿੱਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਿੱਤਣ ਵਾਸਤੇ। ਤੇ ਮਛੰਦਰ ਨਾਥ ਜਿਹੜਾ ਹਰਨ ਦੇ ਵਾਂਗੂ ਸੀ, ਗੁਰੂ ਨਾਨਕ ਸਾਹਿਬ ਜੀ ਨੂੰ ਵੰਗਾਰਨ ਵਾਸਤੇ ਚੱਲ ਪਿਆ ਹੈ। ਕਬਿਤ ਆਇਓ ਤਬ ਤਾਏ ਗੁਰੂ ਨਾਨਕ ਸੁਹਾਈ ਜੈ। ਬੜੀ ਤੇਜ਼ੀ ਨਾਲ ਚੱਲ ਕੇ ਮਛੰਦਰ ਨਾਥ ਉੱਥੇ ਪਹੁੰਚਿਆ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੁਭਾਏਮਾਨ ਹਨ। ਬਚਨੇ ਅਲਾਵਾ ਬਾਲੇ ਆਇਓ ਕੌਣ ਕਾਜ ਕੋ। ਆਉਂਦੇ ਆਖਿਆ ਕਿ ਹੇ ਬਾਲਕੇ ਕਿਸ ਕਾਰਜ ਲਈ ਇੱਥੇ ਆਇਆ ਹੈ। ਬਾਲਕੇ ਤਾਂ ਕਹਿੰਦੇ ਸਨ ਵੀ ਸਿੱਧਾਂ ਦੀ ਉਮਰ ਕਿਸੇ ਦੀ 2000 ਸਾਲ, ਕਿਸੇ ਦੀ 4, ਕਿਸੇ ਦੀ 5000 ਸਾਲ, ਕੋਈ 10,000 ਸਾਲ, ਇੰਨੀ ਲੰਮੇਰੀ ਉਮਰ ਉਹਨਾਂ ਸਿੱਧਾਂ ਦੀ। ਉਹਨਾਂ ਨੂੰ ਇਉਂ ਜਾਪਦਾ ਸੀ ਕਿ ਬਾਕੀ ਸਾਰੇ ਬੱਚੇ ਹੀ ਨੇ, ਛੋਟੇ ਹੀ ਨੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਆਖਣ ਲੱਗਾ ਕਿ ਹੇ ਬਾਲਕੇ ਕਿਸ ਕਾਰਜ ਕਰਨ ਵਾਸਤੇ, ਕਿਸ ਕਾਰਜ ਨੂੰ ਤੂੰ ਇੱਥੇ ਆਇਆ ਹੈ। ਸ਼ਕਤ ਸੋ ਰਾਖੋ ਕਿ ਦੋਨਾਈ ਮੋਸੋ ਵਾਕ ਕਹੋ। ਜੇ ਤਾਂ ਕੁਝ ਸ਼ਕਤੀ ਰੱਖਦਾ ਹੈ ਤੇ ਫਿਰ ਮੈਨੂੰ ਕਰਾਮਾਤ ਦਿਖਾ, ਆਪਣੀ ਸ਼ਕਤੀ ਲਾ ਕੇ ਵਿਖਾ, ਮੇਰਾ ਮੁਕਾਬਲਾ ਕਰ। ਤੇ ਜੇ ਕਰਾਮਾਤ ਨਹੀਂ ਰੱਖਦਾ ਤੇ ਫਿਰ ਮੇਰੇ ਨਾਲ ਤੂੰ ਬਚਨ ਬਿਲਾਸ ਕਰਨਾ ਕਰ। ਸਾਚਈ ਬਖਾਨੋ ਆ ਬੋਲੀਏ ਨਾ ਪਾਜ ਕੋ। ਇੱਥੇ ਜੋ ਬੋਲਣਾ ਸੱਚ ਹੀ ਬੋਲਣਾ, ਝੂਠ ਨਹੀਂ ਬੋਲਣਾ। ਮੇਰੇ ਸਨਮੁਖ ਇੱਕ ਵੀ ਗੱਲ ਝੂਠੀ ਨਹੀਂ ਉਚਾਰਨੀ। ਆਗੇ ਚੱਲਿਓ ਚਾਹੇ ਜੋ ਤੂੰ ਲੀਜੇ ਉਪਦੇਸ਼ ਆਮ। ਜੇ ਤੂੰ ਅੱਗੇ ਜਾਣਾ ਚਾਹੁੰਦਾ ਇੱਥੋਂ ਤੇ ਮੇਰਾ ਉਪਦੇਸ਼ ਗ੍ਰਹਿਣ ਕਰ ਲੈ, ਮੇਰਾ ਚੇਲਾ ਬਣ ਜਾ। ਜੋਗ ਚਾਹੋ ਜੋਗ ਲੀਜੇ ਨਾ ਤੇ ਲੀਜੇ ਰਾਜ ਕੋ। ਜੇ ਜੋਗ ਚਾਹੀਦਾ ਤੇ ਜੋਗ ਲੈ ਲਓ, ਜੇ ਰਾਜ ਚਾਹੀਦਾ ਤੇ ਰਾਜ ਲੈ ਲਓ। ਲਾਲਚ ਦੇ ਦਿੱਤਾ ਨਾ ਵੀ ਹੋ ਸਕਦਾ ਵੀ ਸ਼ਾਇਦ ਇਹ ਰਾਜ ਦੇ ਲਾਲਚ ਵਿੱਚ ਸਾਡੀਆਂ ਗੱਲਾਂ ਦੇ ਵਿੱਚ ਆ ਜਾਵੇ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇੱਕ
ਵਾਰ ਦੇ ਵਿੱਚ ਪੌੜੀ ਲਿਖੀ ਹੈ ਨਾ, ਸਿੱਧੀ ਮਨੈ ਵਿਚਾਰਿਆ ਕਿਵੈ ਦਰਸ਼ਨ ਏ ਲੇਵੈ ਬਾਲਾ, ਐਸਾ ਜੋਗੀ ਕਲੀ ਮਾਹੇ ਹਮਰੇ ਪੰਥ ਕਰੈ ਉਜਿਆਲਾ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਨ ਉੱਠ ਚਾਲਾ, ਬਾਬਾ ਗਿਆ ਪਾਣੀਆਂ ਡਿਠੇ ਰਤਨ ਜਵੇਹਰ ਲਾਲਾ, ਬਾਬਾ ਆਖੇ ਨਾਥ ਜੀ ਪਾਣੀ ਠੌੜ ਨਹੀਂ ਤਿਸ ਦਾਲਾ। ਸਿੱਧਾ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਪੰਥ ਵਿੱਚ ਲਿਆਉਣ ਵਾਸਤੇ ਖੱਪਰ ਦਿੱਤਾ, ਆਖਿਆ ਕੁਝ ਦੂਰ ਤਾਲ ਹੈ, ਪਾਣੀ ਭਰ ਕੇ ਲਿਆਓ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚਲੇ ਗਏ। ਗੋਰਖਨਾਥ ਨੇ ਕਰਾਮਾਤਾਂ ਦੇ ਨਾਲ ਉਹ ਸਾਰਾ ਪਾਣੀ ਜਿਹੜਾ ਸੀ ਮੋਤੀ ਹੀਰੇ ਰਤਨ ਜਵਾਹਰ ਬਣਾ ਦਿੱਤੇ। ਮਹਾਰਾਜ ਵਾਪਸ ਆ ਗਏ ਕਿ ਆਪਣੇ ਆਪ ਨੂੰ ਕਰਾਮਾਤੀ ਤਾਂ ਆਖਦਾ ਹੈ ਵੀ ਤੈਨੂੰ ਤਰਲੋਕੀ ਦਾ ਗਿਆਨ ਹੈ ਤੇ ਇੰਨਾ ਨਹੀਂ ਪਤਾ ਲੱਗਿਆ ਵੀ ਉਸ ਤਾਲ ਵਿੱਚ ਤਾਂ ਪਾਣੀ ਕੋਈ ਨਹੀਂ। ਉਹਨਾਂ ਨੇ ਤਾਂ ਸੋਚਿਆ ਵੀ ਇਹਨਾਂ ਦੀ ਚਮਕ ਦਮਕ ਦੇ ਨਾਲ ਇਹ ਭਰਮ ਜਾਣਗੇ ਵੀ ਅਸੀਂ ਬੜੇ ਕਰਾਮਾਤੀ ਆ। ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾਥ ਜੀ ਆਪਣੇ ਆਪ ਨੂੰ ਕਰਾਮਾਤੀ ਦੱਸ ਦਿਓ, ਤੁਹਾਨੂੰ ਇੰਨੀ ਕੁ ਗੱਲ ਹੀ ਨਹੀਂ ਪਤਾ ਲੱਗੀ ਵੀ ਉੱਥੇ ਤਾਂ ਪਾਣੀ ਕੋਈ ਨਹੀਂ ਤਲਾਅ ਦੇ ਵਿੱਚ। ਇਹ ਲਾਲਚ ਵੀ ਦੇਣਾ ਚਾਹੁੰਦੇ ਸਨ ਗੁਰੂ ਨਾਨਕ ਸਾਹਿਬ ਜੀ ਨੂੰ। ਮਛੰਦਰ ਨਾਥ ਕਹਿੰਦਾ ਵੀ ਜੇ ਜੋਗ ਚਾਹੀਦਾ ਤੇ ਜੋਗ ਦੇ ਦੇਣਾ, ਤੇ ਜੇ ਰਾਜ ਦੀ ਲਾਲਸ ਹੈ ਤੇ ਮੇਰੇ ਕੋਲੋਂ ਤੁਸੀਂ ਰਾਜ ਦੀ ਪ੍ਰਾਪਤੀ ਕਰ ਲਵੋ। ਜੇ ਨਾ ਮਾਨੇ ਬਾਤ ਮੇਰੀ ਦੇਖੋ ਨਾ ਕੁਸ਼ਲ ਤੇਰੀ, ਆਖਦਾ ਜੇ ਮੇਰੀ ਗੱਲ ਨਹੀਂ ਮੰਨੋਗੇ ਤੇ ਇਹਦੇ ਵਿੱਚ ਮੈਂ ਤੁਹਾਡਾ ਸੁੱਖ ਨਹੀਂ ਵੇਖਦਾ। ਕਾਹੋਂ ਟੇਰ ਟੇਰ ਹਟ ਜਾਈਏ ਚਾਹੋ ਲਾਜ ਕੋ, ਜੇ ਤੁਸੀਂ ਆਪਣੀ ਲਾਜ ਚਾਹੁੰਦੇ ਹੋ ਨਾ ਤੇ ਮੈਂ ਬਾਰ-ਬਾਰ ਤੈਨੂੰ ਕਹਿਣਾ ਪੁਕਾਰ ਕੇ ਇੱਥੋਂ ਵਾਪਸ ਚਲਾ ਜਾ। ਗੁਰੂ ਮੁਸਕਾਨੇ ਮੁਖ ਬਚਨ ਬਖਾਨੇ ਜੋ, ਗੁਰੂ ਨਾਨਕ ਦੇਵ ਜੀ ਮਹਾਰਾਜ ਮਛੰਦਰ ਨਾਥ ਦੀਆਂ ਗੱਲਾਂ ਸੁਣ ਕੇ ਮੁਸਕਰਾ ਪਏ। ਪਾਤਸ਼ਾਹ ਜਾਣਦੇ ਸਨ ਵੀ ਅੰਦਰ ਹੰਕਾਰ ਕੁੱਟ-ਕੁੱਟ ਕੇ ਭਰਿਆ ਹੋਇਆ ਕਿ ਮੇਰੇ ਸਮਾਨ ਹੋਰ ਕੋਈ ਦੂਸਰਾ ਨਹੀਂ। ਉਹਦੇ ਅੰਦਰ ਦਾ ਹੰਕਾਰ ਵੇਖ ਕੇ ਨਾ ਪਾਤਸ਼ਾਹ ਜੀ ਮੁਸਕਰਾ ਪਏ ਤੇ ਉਸ ਵਕਤ ਮਛੰਦਰ ਨਾਥ ਨੂੰ ਕਹਿਣ ਲੱਗੇ ਹਨ, ਜੋ ਇੱਛਾ ਹੈ ਮਛਿੰਦਰਾ ਸੋ ਮੰਗ ਨਿਜ ਲੀਜੀਏ। ਪਾਤਸ਼ਾਹ ਕਹਿੰਦੇ ਮਛੰਦਰਾ ਜੋ ਤੇਰੇ ਮਨ ਦੀ ਇੱਛਾ ਨਾ ਤੂੰ ਸਾਡੇ ਕੋਲੋਂ ਮੰਗ ਲੈ। ਉਹ ਕਹਿੰਦਾ ਵੀ ਜੋਗ ਚਾਹੀਦਾ ਜੋਗ ਲੈ ਲਓ, ਰਾਜ ਚਾਹੀਦਾ ਰਾਜ ਲੈ ਲਓ। ਪਾਤਸ਼ਾਹ ਕਹਿੰਦੇ ਮਛੰਦਰਾ ਜੋ ਤੂੰ ਮੰਗਣਾ ਚਾਹੁੰਦਾ ਨਾ ਉਹ ਸਾਡੇ ਕੋਲੋਂ ਮੰਗ ਲੈ। ਤੋਕੋ ਬਖਸ਼ਾਏ ਕਰ ਤਾਰ ਤੇ ਦੇਵਾਏ, ਜੋ ਕੁਝ ਤੈਨੂੰ ਚਾਹੀਦਾ ਹੋਵੇਗਾ ਨਾ ਅਸੀਂ ਤੈਨੂੰ ਕਰਤਾਰ ਦੇ ਕੋਲੋਂ ਬਖਸ਼ਾ ਦੇਾਂਗੇ, ਅਕਾਲ ਪੁਰਖ ਦੇ ਕੋਲੋਂ ਤੈਨੂੰ ਲੈ ਦੇਾਂਗੇ। ਪਰ ਬੋਲ ਕਹਿ ਕੋ ਬੋਲ ਬੋਲ ਹਮ ਸੋ ਨਾ ਖੀਜੀਏ। ਪਰ ਗੁਰਦੇਵ ਜੀ ਕਹਿੰਦੇ ਏਦਾਂ ਕਬੂਲ ਬੋਲ ਕੇ ਨਾ ਸਾਡੇ ਨਾਲ ਖਿਜੋ ਨਾ, ਚੰਗਾ ਨਹੀਂ ਲੱਗਦਾ ਵੀ ਤੁਹਾਡੇ ਵਰਗਾ ਜੋਗੀ ਇੰਨੀ ਸਾਧਨਾ ਕਰਨ ਵਾਲਾ ਕ੍ਰੋਧ ਤੇ ਕਾਬੂ ਨਹੀਂ ਕਰ ਸਕਿਆ। ਤੁਸੀਂ ਕ੍ਰੋਧ ਵਿੱਚ ਆ ਕੇ ਵੇਖੋ ਕਿਵੇਂ ਕਬੂਲ ਬੋਲਦੇ ਹੋ। ਕਬੂਲ ਬੋਲਣਾ ਚੰਗਾ ਨਹੀਂ ਹੁੰਦਾ, ਇਸ ਵਾਸਤੇ ਖਿਜੋ ਨਾ, ਮਾੜੇ ਬਚਨ ਨਾ ਬੋਲੋ। ਜਹਾਂ ਲੱਗ ਚਾਹੇ ਤਾਹਾਂ ਤੀਕ ਹਮ ਜਾਏ। ਬਾਕੀ ਮਛੰਦਰ ਨਾਥ ਜਿੱਥੇ ਤਾਈਂ ਸਾਡਾ ਚਿੱਤ ਕਰੇਗਾ ਨਾ ਅਸੀਂ ਉੱਥੇ ਤਾਈਂ ਜਾਵਾਂਗੇ, ਜਿੱਥੇ ਸਾਈਂ ਸਾਡਾ ਮਨ ਕਰੇਗਾ। ਭਾਈ ਮਰਦਾਨਾ ਜੀ ਨੂੰ ਪਾਤਸ਼ਾਹ ਨੇ ਆਖਿਆ ਸੀ ਵੀ ਅੱਗੇ ਚੱਲ ਕੇ ਜਾਂਦੇ ਆ, ਦਰਸ਼ਨ ਕਰਦੇ ਆ। ਜਦੋਂ ਵੇਖਿਆ ਨਾ ਵੀ ਬਰਫੀ ਬਰਫ ਹਿਮਾਲਿਆ ਪਰਬਤ ਤੇ, ਮਰਦਾਨਾ ਜੀ ਕਹਿੰਦੇ ਪਾਤਸ਼ਾਹ ਇੱਥੇ ਤਾਂ ਕੁਝ ਵੀ ਨਹੀਂ। ਪਾਤਸ਼ਾਹ ਕਹਿੰਦੇ ਬਹੁਤ ਦੂਰ ਤੱਕ ਆਪਾਂ ਜਾਣਾ। ਰਿਸ਼ੀ ਕਾਕ ਪਸੁੰਡ ਨੂੰ ਮਹਾਰਾਜ ਮਿਲ ਕੇ ਆਏ। ਇੱਥੋਂ ਚਲਦੇ ਚਲਦੇ ਦੂਸਰੀ ਵਾਰੀ ਮਹਾਰਾਜ ਸੱਚਖੰਡ ਅਕਾਲ ਪੁਰਖ ਦੇ ਦਰਬਾਰ ਵਿੱਚ ਗਏ। ਉਹ ਕਥਾ ਅੱਗੇ ਸਰਵਣ ਕਰਾਂਗੇ। ਸਤਿਗੁਰੂ ਕਹਿੰਦੇ ਜਿੱਥੇ ਤਾਈਂ ਸਾਡੀ ਮਰਜ਼ੀ ਹੈ ਨਾ ਮਛੰਦਰ ਨਾਥ ਅਸੀਂ ਉਥੇ ਤਾਈਂ ਜਾਣਾ ਕਰਾਂਗੇ। ਔਰ ਤੇਰੇ ਕਾਹੇ ਹਟੇ ਨਾਏ ਸਾਚੀਓ ਪਤੀ ਜੀਏ। ਔਰ ਤੇਰੇ ਕਹਿਣ ਤੇ ਅਸੀਂ ਪਿੱਛੇ ਨਹੀਂ ਹਟਾਂਗੇ, ਸਾਡੀ ਗੱਲ ਨੂੰ ਚੰਗੀ ਤਰ੍ਹਾਂ ਜਾਣ ਲੈ। ਰਾਜ ਨੈ ਲਿਓ ਉਪਦੇਸ਼ ਤੋ ਕੋ ਦਿਓ। ਮੈਨੂੰ ਰਾਜ ਨਹੀਂ ਚਾਹੀਦਾ ਜਿਹੜਾ ਰਾਜ ਤੂੰ ਦੇਣਾ ਚਾਹੁੰਦਾ। ਮੈਨੂੰ ਤਾਂ ਨਿਰੰਕਾਰ ਨੇ ਪਹਿਲਾਂ ਹੀ ਬਹੁਤ ਕੁਝ ਬਖਸ਼ਿਸ਼ ਕੀਤਾ ਹੋਇਆ ਹੈ, ਨਾਲੇ ਤੂੰ ਤਾਂ ਆਪ ਭਿਖਾਰੀ ਹੈ, ਤੂੰ ਕਿਸੇ ਨੂੰ ਕੀ ਦੇ ਸਕਦਾ। ਮੰਗੀ ਤਾਂ ਉਹਦੇ ਕੋਲੋਂ ਹੈ ਜਿਹੜਾ ਰਾਜਾ ਹੋਵੇ, ਜਿਹੜਾ ਦਾਤਾ ਹੋਵੇ, ਜਿਹੜਾ ਭਿਖਾਰੀ ਹੋਵੇ ਤੇ ਉਹਦੇ ਕੋਲੋਂ ਕੀ ਮੰਗੀਏ। ਤੂੰ ਤਾਂ ਆਪ ਭਿਖਾਰੀ ਹੈ, ਆਪ ਮੰਗ ਮੰਗ ਕੇ ਦੂਜਿਆਂ ਨੂੰ ਵੰਡਣ ਵਾਲਾ ਹੈ।
ਇਸ ਵਾਸਤੇ ਸਾਨੂੰ ਤੇਰੇ ਕੋਲੋਂ ਰਾਜ ਨਹੀਂ ਚਾਹੀਦਾ, ਬਲਕਿ ਅਸੀਂ ਤੈਨੂੰ ਉਪਦੇਸ਼ ਦੀ ਦਾਤ ਬਖਸ਼ਾਂਗੇ। ਅਬ ਐਸੋ ਮੋਕੋ ਚੀਨ ਜੀਏ ਜਾਨੀਏ ਸੋ ਕੀਜੀਏ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਤੂੰ ਸਾਨੂੰ ਜਾਣ ਕੇ ਹੁਣ ਜੋ ਤੇਰੇ ਜੀਵ ਵਿੱਚ ਆਉਂਦਾ ਉਸੇ ਤਰ੍ਹਾਂ ਹੀ ਤੂੰ ਕਰ ਲੈ। ਐਸੇ ਸੁਨ ਬੈਨ ਰਿਸ ਕੀਨੀ ਬਿਨ ਚੈਨ ਪਾਏ। ਮਹਾਰਾਜ ਦੇ ਐਸੇ ਬੋਲ ਸੁਣ ਕੇ ਨਾ ਹਿਰਦਾ ਜਿਹੜਾ ਬੇਚੈਨ ਹੋ ਗਿਆ। ਜਦੋਂ ਹੰਕਾਰ ਨੂੰ ਠੇਸ ਪਹੁੰਚੀ ਨਾ, ਹੰਕਾਰੀ ਬੰਦਾ ਉਦੋਂ ਅੰਦਰੋਂ ਬਿਲਕਦਾ ਜਦੋਂ ਉਹਦੇ ਹੰਕਾਰ ਨੂੰ ਚੋਟ ਵੱਜਦੀ ਹੈ। ਮਨ ਬੇਚੈਨ ਹੋ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਸੁਣ ਕੇ ਤੇ ਕ੍ਰੋਧ ਨਾਲ ਭਰ ਗਿਆ ਹੈ। ਆਰੁਨ ਦੋ ਨੈਣ ਮੁਖ ਬਚਨ ਬਖਾਨੀਆਂ। ਆਪਣੇ ਦੋਹਾਂ ਨੇਤਰਾਂ ਨੂੰ ਲਾਲ ਰੰਗ ਦਾ ਕਰਕੇ ਸਤਿਗੁਰਾਂ ਨੂੰ ਕਹਿਣ ਲੱਗਾ ਹੈ, ਦਿਨ ਰਾਤ ਸਵਾਸ ਕੀਤੀ ਨਸਾ ਮਦ ਮਾਸ। ਆਖਣ ਲੱਗਾ ਵੀ ਮੇਰੇ ਸਵਾਲਾਂ ਦਾ ਜਵਾਬ ਦਿਓ ਵੀ ਰਾਤ ਤੇ ਦਿਨ ਦੇ ਵਿੱਚ ਬੰਦਾ ਕਿੰਨੇ ਸਵਾਸ ਲੈਂਦਾ, ਕਿੰਨੇ ਸਾਹ ਲੈਂਦਾ ਹੈ। ਫਿਰ ਇਹ ਦੱਸੋ ਵੀ ਮਾਸ ਦੇ ਵਿੱਚ ਸਾਡੀਆਂ ਨਸਾਂ ਕਿੰਨੀਆਂ ਹਨ। ਅੰਗੂਰੀ ਕੇ ਤਾਕ ਮੁਖ ਕੈਸੇ ਸੰਦ ਜਾਨੀਆਂ। ਫਿਰ ਮੇਰਾ ਤੀਸਰਾ ਸਵਾਲ ਹੈ ਵੀ ਇਹ ਸਾਡਾ ਜਿਹੜਾ ਮੁਖ ਹੈ ਇਹ ਕਿੰਨੀਆਂ ਉਂਗਲਾਂ ਚੌੜਾ ਹੈ। ਸਾਡੇ ਮੂੰਹ ਦੀ ਤਾਕੀ ਜਿਹੜੀ ਕਿੰਨੀਆਂ ਉਂਗਲਾਂ ਚੌੜੀ ਹੈ, ਤੇ ਸੰਧ ਜਾਣਿਆ ਤੇ ਸਰੀਰ ਵਿੱਚ ਸਾਡੇ ਜੋੜ ਕਿੰਨੇ ਹਨ। ਕੋਠਰੀ ਕੈ ਰੋਮ ਕੀਤੇ ਪੱਲਵ ਕੈ ਤਿੱਲੀ ਕਹੋ। ਫਿਰ ਸਾਡੇ ਸਰੀਰ ਵਿੱਚ ਕੋਠੜੀਆਂ ਕਿੰਨੀਆਂ ਨੇ, ਸਰੀਰ ਦੇ ਉੱਪਰ ਰੋਮ ਕਿੰਨੇ ਨੇ। ਰੋਮ ਕਿਹਨੂੰ ਕਹਿੰਦੇ ਆ? ਛੋਟੇ ਛੋਟੇ ਕੇਸ, ਗਰਦਨ ਤੋਂ ਹੇਠਾਂ ਦਾੜਾ ਤੇ ਕੇਸ, ਇਹਨੂੰ ਕੇਸ ਕਹਿੰਦੇ ਨੇ ਜੀ। ਸੀਸ ਦੇ ਵੈਸੇ ਵਾਲ ਕਹਿਣਾ ਤਾਂ ਤਨਖਾਹੀਆ ਸਿੱਖ ਕਰਾਰ ਦਿੱਤਾ ਜਾਂਦਾ, ਜਿਹੜਾ ਵਾਲ ਆਖੇ ਕੇਸਾਂ ਨੂੰ। ਕੇਸਾਂ ਨੂੰ ਕੇਸ ਹੀ ਆਖਣਾ ਚਾਹੀਦਾ, ਇਹ ਕੇਸ ਨੇ, ਵਾਲ ਨਹੀਂ ਕਹਿਣਾ ਚਾਹੀਦਾ। ਰਹਿਤਨਾਮਿਆਂ 'ਚ ਬਚਨ ਪੜ੍ਹ ਲਿਓ। ਗਰਦਨ ਦੇ ਉੱਪਰ ਦਾੜਾ ਤੇ ਕੇਸ, ਇਹਨੂੰ ਕੇਸ ਕਹਿੰਦੇ ਨੇ ਸੀਸ ਦੇ ਉੱਪਰ, ਤੇ ਮੁਖ ਦੇ ਉੱਪਰ ਦਾੜਾ ਜਿਹੜਾ। ਗਰਦਨ ਤੋਂ ਹੇਠਲੇ ਪਾਸੇ ਰੋਮ ਮੰਨੇ ਜਾਂਦੇ ਨੇ। ਜਿਹੜੇ ਛੋਟੇ ਛੋਟੇ ਕੇਸ ਨੇ ਨਾ ਸਾਡੇ ਸਾਰੇ ਸਰੀਰ ਤੇ, ਇਹਨਾਂ ਨੂੰ ਰੋਮ ਕਹਿੰਦੇ ਨੇ। ਤਾਂ ਹੀ ਜਦੋਂ ਰਹਿਤ ਮਰਿਆਦਾ ਦੱਸੀ ਜਾਂਦੀ ਹੈ ਵੀ ਕੇਸਾਂ ਦੀ ਤੇ ਰੋਮਾਂ ਦੀ ਸਿੱਖ ਨੇ ਬੇਅਦਬੀ ਨਹੀਂ ਕਰਨੀ, ਚਾਹੇ ਉਹ ਸਾਡੇ ਕੇਸ ਹੋਵਣ, ਚਾਹੇ ਆ ਛੋਟੇ ਛੋਟੇ ਰੋਮ ਹੋਵਣ। ਮਛੰਦਰਨਾਥ ਕਹਿੰਦਾ ਸਾਡੇ ਸਰੀਰ ਉੱਪਰ ਮਹਾਰਾਜ ਰੋਮ ਕਿੰਨੇ ਨੇ। ਫਿਰ ਸਾਡੀ ਜਿਹੜੀ ਤਿੱਲੀ ਹੈ ਇਹ ਕਿੰਨੀ ਉਂਗਲਾਂ ਚੌੜੀ ਹੈ। ਆ ਖੱਬੇ ਪਾਸੇ ਪਸਲੀਆਂ ਦੇ ਨਾਲ ਜਿੱਥੇ ਸਾਡਾ ਜਿਗਰ ਹੁੰਦਾ ਹੈ ਨਾ, ਉੱਥੇ ਛੋਟੀ ਜੀ ਇੱਕ ਤਿੱਲੀ ਹੁੰਦੀ ਹੈ। ਇਹਦੇ ਵਿੱਚੋਂ ਲਹੂ ਦੀਆਂ ਬੂੰਦਾਂ ਚੁੰਦੀਆਂ ਨੇ। ਉਹ ਲਹੂ ਜਿਹੜਾ ਸਾਡੇ ਸਰੀਰ ਨੂੰ ਸਹਾਰਾ ਦਿੰਦਾ, ਇਹਦਾ ਆਕਾਰ ਵੱਧ ਜਾਂਦਾ ਵੀ ਜਦੋਂ ਅਸੀਂ ਬਹਿਆ ਪ੍ਰਸ਼ਾਦਾ ਛਕਦੇ ਹਾਂ ਨਾ, ਉਂਝ ਪ੍ਰਸ਼ਾਦੇ ਨੂੰ ਹਜਮ ਕਰਨ ਵਿੱਚ ਇਹ ਮਦਦ ਕਰਦਾ। ਬਹਿਆ ਪ੍ਰਸ਼ਾਦਾ ਜਦੋਂ ਛਕਦੇ ਆ ਇਹਦਾ ਆਕਾਰ ਵੱਧਦਾ, ਬੁਖਾਰ ਹੋ ਜਾਂਦਾ, ਸਰੀਰ ਰੋਗੀ ਹੋ ਜਾਂਦਾ ਹੈ। ਇਹ ਤਿੱਲੀ ਪਸਲੀਆਂ ਦੇ ਕੋਲ ਖੱਬੇ ਪਾਸੇ ਹੁੰਦੀ ਹੈ। ਆਖਦਾ ਮਹਾਰਾਜ ਇਹ ਜਿਹੜੀ ਤਿੱਲੀ ਹੈ ਇਹਨੂੰ ਲੱਫੀ ਵੀ ਕਹਿੰਦੇ ਨੇ ਜੀ, ਇਹਨੂੰ ਪਲੀਹਾ ਵੀ ਕਹਿੰਦੇ ਨੇ। ਇਸ ਤਰ੍ਹਾਂ ਕਹਿੰਦੇ ਹਨ ਕਿ ਜਿਹੜੀ ਤਿੱਲੀ ਕਿੰਨੀਆਂ ਉਂਗਲਾਂ ਚੌੜੀ ਹੈ, ਤੇ ਫਿਰ ਸਾਡਾ ਜਿਹੜਾ ਕਾਲਜਾ ਹੈ ਇਹ ਕਿੰਨੀਆਂ ਉਂਗਲਾਂ ਚੌੜਾ ਹੈ। ਕਾਰਜਾ ਕੇ ਉਂਗਰੀ ਬਤਾਏ ਪਹਿਚਾਨੀਆਂ। ਕਿਰਪਾ ਕਰਕੇ ਦੱਸੋ ਵੀ ਜਿਹੜਾ ਕਾਲਜਾ ਉਹ ਕਿੰਨੀਆਂ ਉਂਗਲਾਂ ਚੌੜਾ ਹੈ। ਦੇਹੀ ਕੋ ਬਿਰਤਾਂਤ ਕਹੋ ਜੇ ਤੂੰ ਅੱਗੇ ਜਾਏ ਚਾਹੋ। ਜੇ ਤੁਸੀਂ ਇੱਥੋਂ ਅੱਗੇ ਜਾਣਾ ਚਾਹੁੰਦੇ ਹੋ ਤੇ ਸਾਰੇ ਸਰੀਰ ਦਾ ਮੈਨੂੰ ਹਾਲ ਸੁਣਾਓ, ਮੇਰੇ ਸਵਾਲਾਂ ਦਾ ਤੁਸੀਂ ਜਵਾਬ ਦੇਣਾ ਕਰੋ। ਭੂਲ ਜਹ ਕਹੋ ਨਹਿ ਕੋਰ ਤੋਰ ਹਾਨੀਆਂ। ਜੇਕਰ ਤੁਸੀਂ ਭੁੱਲ ਜਾਓ ਮੇਰੇ ਸਵਾਲ ਦਾ ਜਵਾਬ ਦਿੰਦਿਆਂ, ਜਾਂ ਫਿਰ ਜਵਾਬ ਦਿਓ ਹੀ ਨਾ, ਤੇ ਇਹਦੇ ਨਾਲ ਫਿਰ ਮੈਂ ਤੁਹਾਡਾ ਨਾਸ਼ ਕਰ ਦਿਆਂਗਾ। ਬਿਸੰਤ ਚਤੁਰ ਹੈ ਹਜ਼ਾਰ ਦਿਨ ਰਾਤ ਸਵਾਸ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਆਖਣ ਲੱਗੇ, ਮਛੰਦਰਨਾਥ ਤੂੰ ਜੋਗੀ ਤਾਂ ਨਹੀਂ ਲੱਗਦਾ, ਵੈਦ ਹਕੀਮ ਜ਼ਰੂਰ ਲੱਗਦਾ ਹੈ। ਜਿਹੜਾ ਸਰੀਰ ਨੂੰ ਚੰਗੀ ਤਰ੍ਹਾਂ ਪਰਖ ਲਵੇ, ਜਾਣ ਲਵੇ, ਉਹਨੂੰ ਯੋਗੀ ਥੋੜਾ ਕਹਿੰਦੇ ਨੇ, ਉਹਨੂੰ ਤਾਂ ਵੈਦ ਹਕੀਮ ਕਹਿੰਦੇ ਨੇ ਨਾ। ਡਾਕਟਰ ਦਾ ਕੰਮ ਕੀ ਹੁੰਦਾ ਵੀ ਸਰੀਰ ਦੀ ਚੀਰ ਫਾੜ ਕਰਨੀ, ਸਰੀਰ ਦੇ ਅੰਦਰੋਂ ਸਾਰਾ ਕੁਝ ਜਾਣ ਲੈਣਾ ਵੀ ਕਿੱਥੇ ਕੀ ਹੈ, ਕਿਹੜੀਆਂ ਨਾੜੀਆਂ, ਕਿੰਨੀਆਂ ਹੱਡੀਆਂ ਨੇ ਸਰੀਰ ਅੰਦਰ। ਇਹ ਕੰਮ ਤਾਂ ਵੈਦ ਹਕੀਮ ਦਾ ਹੁੰਦਾ। ਪਰ ਜਿਹੜਾ ਮਨ ਨੂੰ ਜਾਣ ਲਵੇ ਉਹਨੂੰ ਜੋਗੀ ਸੰਤ ਕਹਿੰਦੇ ਨੇ। ਪਾਤਸ਼ਾਹ ਕਹਿੰਦੇ ਤੂੰ ਮਨ ਨੂੰ ਨਹੀਂ ਜਾਣਿਆ, ਅਜੇ ਤਾਈਂ ਮਨ ਦੇ ਅੰਦਰ ਝਾਤੀ ਮਾਰ ਕੇ ਨਹੀਂ ਵੇਖੀ, ਤੂੰ ਜੋਗੀ ਕਾਹਦਾ? ਤੂੰ ਤਾਂ ਕੋਈ ਹਕੀਮ ਲੱਗਦਾ ਹੈ, ਕੋਈ ਵੈਦ ਲੱਗਦਾ ਹੈ।
ਸਤਿਗੁਰੂ ਕਹਿੰਦੇ ਫਿਰ ਸੁਣ, ਮਨੁੱਖ ਜਿਹੜਾ ਦਿਨ ਤੇ ਰਾਤ ਵਿੱਚ 24,000 ਸਵਾਸ ਲੈਂਦਾ ਹੈ, ਦਿਨ ਤੇ ਰਾਤ ਵਿੱਚ। ਕਈ ਵਾਰੀ ਵਿਚਾਰ ਕਰੀਦੀ ਹੈ, ਵੇਖੋ ਕਰਤੇ ਦੀ ਕੈਸੀ ਕੁਦਰਤ ਹੈ ਵੀ 24 ਘੰਟੇ ਨੇ ਨਾ, 24 ਘੰਟਿਆਂ ਵਿੱਚ ਆਪਾਂ 24,000 ਹੀ ਸਵਾਸ ਲੈਨੇ ਆ। ਫਿਰ ਕਈ ਵਾਰੀ ਬਾਣੀ ਵੱਲ ਜਦੋਂ ਝਾਤੀ ਮਾਰੀ ਦੀ ਹੈ ਨਾ, ਜਿਹੜੀ ਅੰਮ੍ਰਿਤ ਵੇਲੇ ਦੀ ਬਾਣੀ ਹੈ, ਸ੍ਰੀ ਆਸਾ ਕੀ ਵਾਰ ਦਾ ਕੀਰਤਨ ਹੁੰਦਾ, ਵੇਖੋ ਮਹਾਰਾਜ ਨੇ 24 ਸ਼ੰਤ ਉਹਦੇ ਵਿੱਚ ਰੱਖ ਕੇ ਤੇ 24 ਸ਼ਲੋਕ ਦਰਜ ਕਰ ਦਿੱਤੇ ਨਾਲ, 24 ਪੌੜੀਆਂ ਰੱਖ ਦਿੱਤੀਆਂ ਨਾਲ। ਤੇ ਜਦੋਂ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਉਚਾਰੀ ਗੁਰੂ ਪੰਜਵੇਂ ਪਾਤਸ਼ਾਹ ਨੇ ਤੇ 24 ਅਸ਼ਟਪਦੀਆਂ ਰੱਖ ਦਿੱਤੀਆਂ 24 ਸ਼ਲੋਕਾਂ ਨਾਲ। ਤੇ ਬਚਨ ਹੋਇਆ ਜਿਹੜਾ ਸਿੱਖ ਇਹ ਬਾਣੀ ਪੜ੍ਹੇਗਾ ਤੇ ਉਹਦੇ 24,000 ਸਵਾਸ ਸਫਲੇ ਹੋ ਜਾਣਗੇ। ਇਹ ਕਾਦਰ ਦੀ ਕੁਦਰਤ ਬੜੀ ਅਚਰਜ ਹੈ। ਜਦੋਂ ਪੰਜਾਂ ਦੀ ਗੱਲ ਆਉਂਦੀ ਉਹ ਆਪਾਂ ਅੱਗੇ ਵੀ ਵਿਚਾਰ ਕਰਾਂਗੇ। ਵੇਖੋ ਬਹੁਤ ਕੁਝ ਪੰਜ ਦੇ ਰੂਪ ਵਿੱਚ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਦਿਨ ਤੇ ਰਾਤ ਵਿੱਚ ਬੰਦਾ 24,000 ਸਵਾਸ ਲੈਂਦਾ। ਬਾਕੀ ਸਵਾਸ ਦੀ ਕਿਰਿਆ ਘਟਦੀ ਤੇ ਵੱਧਦੀ ਵੀ ਹੈ ਜੀ। ਸਵਾਸ ਦੀ ਕਿਰਿਆ ਘਟਦੀ ਵੱਧਦੀ ਰਹਿੰਦੀ ਆ। ਉਹ ਇਸ ਤਰ੍ਹਾਂ ਕਿ ਜਿਹੜੇ ਸਾਧਕ ਪੁਰਸ਼ ਹੁੰਦੇ ਨੇ ਨਾ, ਉਹਨਾਂ ਦੇ ਸਵਾਸਾਂ ਦੀ ਗਤੀ ਅਲੱਗ ਤਰੀਕੇ ਨਾਲ ਚੱਲਦੀ ਹੈ। ਜਿਹੜਾ ਬੰਦਾ ਵਿਸ਼ਈ ਭੋਗ ਭੋਗਦਾ ਉਹਦੇ ਸਵਾਸਾਂ ਦੀ ਗਿਣਤੀ ਜਿਹੜੀ ਹੈ ਉਹ ਥੋੜ੍ਹੀ ਤੇਜ਼ੀ ਨਾਲ ਚੱਲਦੀ ਹੈ। ਜਿੰਨਾ ਜ਼ਿਆਦਾ ਸਾਹ ਚੜ੍ਹਦਾ, ਦੌੜਨ ਦੇ ਸਵਾਸ ਵੱਖਰੇ, ਖਾਣ ਦੇ ਸਵਾਸ ਵੱਖਰੇ, ਵਿਸ਼ੇ ਭੋਗਣ ਦੇ ਸਵਾਸ ਵੱਖਰੇ ਹੁੰਦੇ ਨੇ। ਇਸ ਹਿਸਾਬ ਦੇ ਨਾਲ ਅਸੀਂ ਆਪਣੇ ਸਵਾਸਾਂ ਨੂੰ ਖਰਚ ਕਰਦੇ ਹਾਂ। ਪਰ ਆਮ ਕਰਕੇ 24,000 ਜਿਹੜੇ ਸਵਾਸ ਨੇ ਉਹ ਬੰਦਾ ਦਿਨ ਤੇ ਰਾਤ ਦੇ ਵਿੱਚ ਖਰਚ ਕਰਦਾ ਹੈ। 900 ਨਸ ਕੋਠਰੀ 72 ਪਰਮਾਨੀਏ। ਸਾਡੇ ਸਰੀਰ ਦੇ ਅੰਦਰ 900 ਨਸਾਂ ਮੁੱਖ ਨਸਾਂ ਨੇ। ਵੈਸੇ ਤਾਂ ਯੋਗੀਆਂ ਦੇ ਇੱਕ ਗ੍ਰੰਥ ਦੇ ਅੰਦਰ 72 ਨਸਾਂ ਮੁੱਖ ਮੰਨੀਆਂ ਗਈਆਂ। ਉਹਨਾਂ ਦੇ ਵਿੱਚ ਫਿਰ ਅੱਗੋਂ 900 ਨਸਾਂ ਹੋਰ ਮੰਨੀਆਂ ਗਈਆਂ, ਕਿਉਂਕਿ ਕੁਝ ਨਸਾਂ ਛੋਟੀਆਂ ਕੁਝ ਵੱਡੀਆਂ ਨੇ। ਜਿਹੜੀਆਂ ਪਸਲੀਆਂ ਦੇ ਨਾਲ ਵੱਡੀਆਂ ਨਸਾਂ ਨੇ ਉਹਨਾਂ ਦੀ ਗਿਣਤੀ 72 ਹੈ। ਬਾਕੀ ਜਿਹੜੀਆਂ ਨਸਾਂ ਨੇ ਮੁੱਖ ਨਸਾਂ ਉਹ 900 ਨੇ। ਪਰ ਉਂਝ ਜਿਹੜੀ ਇਹਨਾਂ ਦੀ ਗਿਣਤੀ ਕੀਤੀ ਗਈ 72 ਕਰੋੜ 72 ਲੱਖ 10,000 ਤੇ 200 ਨਾੜੀਆਂ ਨੇ ਸਰੀਰ ਵਿੱਚ ਸਾਡੇ। ਇੰਨੀਆਂ ਨਾੜਾਂ ਜਿਹੜੀਆਂ ਸਾਡੇ ਸਰੀਰ ਵਿੱਚ, ਆ ਜਿਵੇਂ ਸਾਡਾ ਮਾਸ ਹੈ ਨਾ, ਉਹਦੇ ਵਿੱਚ ਛੋਟੀਆਂ ਛੋਟੀਆਂ ਜੈਸੇ ਵਾਲ ਹੁੰਦਾ, ਕੇਸ ਹੁੰਦਾ, ਕੇਸ ਦੇ ਵਾਂਗੂ ਛੋਟੀਆਂ ਛੋਟੀਆਂ ਨਾੜਾਂ ਸਾਡੇ ਮਾਸ ਵਿੱਚ ਰਹਿੰਦੀਆਂ ਨੇ। ਤੋ 72 ਕਰੋੜ 72 ਲੱਖ 10,000 ਤੇ 200 ਨਾੜੀਆਂ ਨੇ। ਪਰ ਉਹਨਾਂ ਦੇ ਵਿੱਚ 900 ਨਾੜੀਆਂ ਮਹਾਰਾਜ ਕਹਿੰਦੇ ਮੁੱਖ ਨੇ, ਤੇ ਉਹਨਾਂ 900 ਦੇ ਵਿੱਚੋਂ 72 ਨਾੜਾਂ ਯੋਗੀਆਂ ਨੇ ਮੁੱਖ ਮੰਨੀਆਂ ਨੇ ਸਰੀਰ ਵਿੱਚ, ਜਿਹੜੀਆਂ ਵੱਡੀਆਂ ਨਾੜਾਂ ਪਸਲੀਆਂ ਦੇ ਨਾਲ ਹੁੰਦੀਆਂ ਨੇ। ਤੇ ਸਤਿਗੁਰੂ ਕਹਿੰਦੇ ਸਰੀਰ ਦੇ 9 ਟੁਕੜੇ ਨੇ, 9 ਹਿੱਸੇ ਨੇ। 9 ਹਿੱਸਿਆਂ ਦੇ ਵਿੱਚ 72 ਕੋਠੜੀਆਂ ਨੇ। 4 ਹਿੱਸੇ ਸਾਡੀਆਂ ਬਾਹਾਂ ਦੇ, 4 ਹਿੱਸੇ ਸਾਡੀਆਂ ਲੱਤਾਂ ਦੇ, ਜਿੱਥੇ ਜਿੱਥੇ ਜੋੜ ਪੈਂਦੇ ਨੇ। ਇੱਕ ਹਿੱਸਾ ਜਿਹੜਾ ਉਹ ਸਾਡੇ ਧੜ ਦਾ ਹੋ ਗਿਆ। 4 ਬਾਹਾਂ ਦੇ, 4 ਲੱਤਾਂ ਦੇ 8 ਤੇ 9ਵਾਂ ਹਿੱਸਾ ਧੜ ਹੋ ਗਿਆ। ਇਸ ਸਰੀਰ ਰੂਪੀ ਘਰ ਦੇ ਵਿੱਚ ਪਰਮੇਸ਼ਰ ਨੇ 72 ਕੋਠੜੀਆਂ ਬਣਾਈਆਂ ਹਨ। ਅੰਗੁਰੀ ਚਤਰ ਮੁਖ ਤਾਕ ਨੀਲ ਕੋਟ ਰੋਮ। ਪਾਤਸ਼ਾਹ ਕਹਿੰਦੇ ਸਾਡਾ ਜਿਹੜਾ ਮੁਖ ਹੈ ਇਹ 4 ਮੁਖ ਚੌੜਾ ਕਹਿੰਦੇ ਮੁਖ ਮੰਨਿਆ ਜਾਂਦਾ। ਜਦੋਂ ਆਪਾਂ ਮੂੰਹ ਆਪਣਾ ਖੋਲੀਏ ਨਾ, ਮੁਖ ਦੀ ਜਿਹੜੀ ਤਾਕ 4 ਉਂਗਲਾਂ ਚੌੜੀ ਹੁੰਦੀ ਹੈ। ਬਾਕੀ ਸਰੀਰ ਦੇ ਹਿਸਾਬ ਨਾਲ ਛੋਟੀ ਵੀ ਹੋ ਸਕਦੀ ਤੇ ਵੱਡਾ ਵੀ ਹੋ ਸਕਦਾ, ਪਰ 4 ਉਂਗਲਾਂ ਆਮ ਕਰਕੇ ਸਾਡੇ ਮੁਖ ਦੀ ਜਿਹੜੀ ਤਾਕੀ ਹੁੰਦੀ ਹੈ। ਫਿਰ ਸਤਿਗੁਰੂ ਕਹਿੰਦੇ ਸਾਡੇ ਸਰੀਰ ਦੇ ਉੱਪਰ ਨੀਲ ਕੋਟ ਰੋਮ। ਨੀਲ ਕੋਟ ਰੋਮ ਦਾ ਭਾਵ 1 ਕਰੋੜ ਅਰਬ, ਇਹਨੂੰ ਨੀਲ ਆਖਿਆ ਜਾਂਦਾ ਹੈ। ਇੰਨੇ ਸਾਡੇ ਸਰੀਰ ਦੇ ਉੱਪਰ ਰੋਮ ਮੰਨੇ ਜਾਂਦੇ ਹਨ। ਤੇ ਸਤਿਗੁਰੂ ਕਹਿੰਦੇ ਨੇ 16 ਸਹਿ ਸੰਧ, ਸਾਡੇ ਸਰੀਰ ਵਿੱਚ 1600 ਜੋੜ ਮੰਨੇ ਜਾਂਦੇ ਨੇ। ਜਿੱਥੇ ਜਿੱਥੇ ਜੋੜ ਹੈ ਨਾ, ਆ ਜਿਵੇਂ ਸਾਡੀਆਂ ਉਂਗਲਾਂ ਨੇ, ਉਂਗਲਾਂ ਵਿੱਚ ਹੀ 3 ਜੋੜ ਨੇ ਸਾਡੇ, 3 ਪੋਟੇ ਹੋ ਗਏ। ਹੁਣ ਇੱਕ ਇੱਕ ਉਂਗਲ ਹੈ ਉਹਦੇ 3-3 ਜੋੜ ਨੇ, 5 ਉਂਗਲਾਂ ਹੋ ਗਈਆਂ। ਤੇ ਸਾਰੇ ਜੋੜਾਂ ਦੀ ਗਿਣਤੀ ਕਰੀਏ ਫਿਰ ਆ ਗੁੱਟ ਆ ਗਿਆ, ਮੋਢਾ ਆ ਗਿਆ। ਜਦੋਂ ਭਾਈ ਮਨੀ ਸਿੰਘ ਜੀ ਸ਼ਹੀਦ, ਉਹਨਾਂ ਦੀ ਸ਼ਹਾਦਤ ਹੋਣ ਲੱਗੀ ਨਾ, ਤੇ ਜਲਾਦ ਨੇ ਸੋਚਿਆ ਵੀ ਚਲੋ ਸੌਖਾ ਜਿਹਾ ਕੰਮ ਨਿਬੇੜ ਦਈਏ, ਤੇ ਉਹ ਇੱਦਾਂ ਨਾ ਮੋਢੇ ਦੇ ਉੱਪਰ ਮਾਰਨ ਲੱਗਾ ਵੀ ਇੱਥੋਂ ਵੱਢ ਦੇਣਾ। ਭਾਈ ਸਾਹਿਬ ਜੀ ਕਹਿੰਦੇ ਇੱਦਾਂ ਨਹੀਂ ਗੱਲ ਬਣਨੀ,
ਬੰਦ ਬੰਦ ਕੱਟ ਕਹਿੰਦੇ। ਜਿੱਥੇ ਜਿੱਥੇ ਜੋੜ ਹੈ ਨਾ ਉਥੇ ਉਥੇ ਸ਼ਸਤਰ ਮਾਰ। ਪਹਿਲੀ ਉਂਗਲ ਕਟਾਈ ਉਹਨਾਂ ਨੇ 3 ਹਿੱਸੇ ਕਰਾਏ, ਫਿਰ ਦੂਜੀ ਉਂਗਲ ਦੇ, ਤੀਜੀ ਦੇ, ਚੌਥੀ ਦੇ, ਪੰਜਵੀਂ ਦੇ, ਫਿਰ ਦੂਜੇ ਹੱਥ ਦੀਆਂ ਉਂਗਲਾਂ ਕਟਾਈਆਂ। ਜਲਾਦ ਨੂੰ ਤਰਸ ਆ ਗਿਆ, ਉਹ ਸਿੱਧਾ ਟੋਕਾ ਇੱਥੇ ਮਾਰਨ ਲੱਗਾ ਮੋਢੇ ਤੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਵੀ ਕੋਹਣੀ ਅੜਾ ਦਿੱਤੀ ਅੱਗੇ। ਕਹਿੰਦੇ ਇੱਕ ਜੋੜ ਇੱਥੇ ਵੀ ਹੈ। ਧੰਨ ਗੁਰੂ ਕੇ ਸਿੱਖ, ਧੰਨ ਉਹਨਾਂ ਦੀ ਕੁਰਬਾਨੀ, ਧੰਨ ਉਹਨਾਂ ਦਾ ਜਿਗਰਾ, ਇਹੋ ਜਿਹਾ ਪ੍ਰੇਮ ਗੁਰੂ ਸਾਹਿਬ ਜੀ ਦੇ ਨਾਲ ਉਹਨਾਂ ਦਾ। ਬੰਦ ਬੰਦ ਕਟਾਇਆ। ਇਸ ਤਰ੍ਹਾਂ ਸਰੀਰ ਦੇ ਅੰਦਰ ਜਿਹੜੇ ਜੋੜ ਨੇ, ਗੁਰੂ ਨਾਨਕ ਸਾਹਿਬ ਜੀ ਕਹਿੰਦੇ 1600 ਜੋੜ ਨੇ ਸਾਡੇ ਸਰੀਰ ਵਿੱਚ। 1600 ਹੈ ਸੰਦ ਤਿੱਲੀ ਪੱਲਵ 12 ਜਾਨੀਏ। ਇਸੇ ਪ੍ਰਕਾਰ 1600 ਜੋੜ ਤੇ ਸਾਡੀ ਜਿਹੜੀ ਤਿੱਲੀ ਹੈ ਨਾ, ਜਿਹੜੀ ਖੱਬੇ ਪਾਸੇ ਪਸਲੀਆਂ ਦੇ ਪਾਸ ਤੇ ਜਿਗਰੇ ਦੇ ਮੁਕਾਲਬ ਹੈ, ਕਹਿੰਦੇ ਇਹ 12 ਉਂਗਲਾਂ ਚੌੜੀ ਮੰਨੀ ਜਾਂਦੀ ਹੈ। ਆਂਗੁਰੀ ਕਰੇ ਜੋ 8 ਐਸੋ ਦੇਹੀ ਠਾਠ ਸਭ। ਮਸ਼ਿੰਦਰ ਨਾਥ ਸਾਡਾ ਜਿਹੜਾ ਕਲੇਜਾ ਹੈ ਉਹ 8 ਉਂਗਲੀਆਂ ਚੌੜਾ ਹੈ। 8 ਉਂਗਲਾਂ ਚੌੜਾ ਸਾਡਾ ਕਲੇਜਾ ਹੈ। ਇਹੋ ਜਿਹਾ ਦੇਹੀ ਦਾ ਠਾਠ ਅਕਾਲ ਪੁਰਖ ਵਾਹਿਗੁਰੂ ਨੇ ਬਣਾਇਆ ਹੈ। ਬੂਝਬੇ ਕੀ ਚਾਹ ਔਰ ਮੂੰਹ ਸੋ ਬਖਾਨੀਏ। ਜੇਕਰ ਤੇਰੇ ਮਨ ਵਿੱਚ ਕੁਝ ਹੋਰ ਪੁੱਛਣ ਦੀ ਚਾਹਨਾ ਹੈ ਤੇ ਉਹ ਵੀ ਮੈਨੂੰ ਦੱਸ ਦੇ, ਤੇਰੇ ਹਰ ਇੱਕ ਸਵਾਲ ਦਾ ਅਸਾਂ ਜਵਾਬ ਦੇਵਾਂਗੇ। ਗੰਜ ਦੱਤ ਮ੍ਰਿਗ ਸਿੰਘ ਡਰੇ ਨਾ ਡਰਾਏ ਤਾਂ ਕਿ। ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਜੇਕਰ ਹਾਥੀ ਚਾਹੇ ਨਾ ਵੀ ਮੈਂ ਆਪਣੇ ਦੰਦ ਦੇ ਨਾਲ ਸ਼ੇਰ ਨੂੰ ਡਰਾ ਦਿਆਂ ਤੇ ਉਹ ਡਰਾ ਨਹੀਂ ਸਕਦਾ, ਤੇ ਜੇ ਹਰਨ ਆਖੇ ਵੀ ਮੈਂ ਆਪਣੇ ਸਿੰਗਾਂ ਦੇ ਨਾਲ ਸ਼ੇਰ ਨੂੰ ਡਰਾ ਦਿਆਂ ਤੇ ਉਹ ਕਦਾਚਿਤ ਡਰਾ ਨਹੀਂ ਸਕਦਾ। ਕਿਹਰੀਆ ਤੋਲ ਬਲ ਹੋਏ ਕੈਸੇ ਹਾਨੀਏ। ਕਿਉਂਕਿ ਸ਼ੇਰ ਦਾ ਬਾਲਾ ਤੋਲ ਹੁੰਦਾ ਹੈ। ਸ਼ੇਰ ਨੂੰ ਥੋੜਾ ਜਿੱਤਿਆ ਜਾ ਸਕਦਾ, ਉਹ ਤਾਂ ਬੱਬਰ ਸ਼ੇਰ ਰਾਜਾ ਹੈ ਸਾਰੇ ਜੰਗਲ ਦਾ, ਤੇ ਉਹਦੇ ਉੱਪਰ ਜਿੱਤ ਦੀ ਪ੍ਰਾਪਤੀ ਨਾ ਤਾਂ ਹਾਥੀ ਕਰ ਸਕਦਾ ਹੈ ਤੇ ਨਾ ਉਹਦੇ ਉੱਪਰ ਜਿੱਤ ਦੀ ਪ੍ਰਾਪਤੀ ਹਰਨ ਕਰ ਸਕਦਾ ਹੈ। ਸਿੱਧ ਲਾਇਓ ਚਾਹੇ ਨਹੀਂ ਲਗਤ ਸ਼ਕਤ ਕਛ। ਜਦੋਂ ਚਰਚਾ ਵਿੱਚ ਮਛੰਦਰ ਨਾਥ ਹਾਰ ਗਿਆ ਤੇ ਫਿਰ ਉਹ ਆਪਣੀ ਕਰਾਮਾਤ ਆਪਣੀ ਸਿੱਧੀ ਲਾਣਾ ਚਾਹੁੰਦਾ ਹੈ। ਜੈਸੇ ਹੀ ਪਪੀਲ ਕਾ ਪਹਾੜ ਕੋ ਉਚਾਤ ਹੈ। ਕਵੀ ਜੀ ਕਹਿੰਦੇ ਜਿਵੇਂ ਛੋਟੀ ਜੀ ਕੀੜੀ ਚਾਹੇ ਕਿ ਮੈਂ ਪਹਾੜ ਨੂੰ ਚੁੱਕ ਲਵਾਂ ਤੇ ਉਹ ਚੁੱਕ ਨਹੀਂ ਸਕਦੀ। ਇਸੇ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਉੱਪਰ ਆਪਣੀ ਕਰਾਮਾਤ ਲਾ ਕੇ ਤੇ ਉਹ ਜਿੱਤਣਾ ਚਾਹੁੰਦਾ, ਪਰ ਉਹਦੀ ਕਰਾਮਾਤ ਮਹਾਰਾਜ ਉੱਪਰ ਚਲਦੀ ਨਹੀਂ। ਸਭੇ ਬਿਦ ਜੋ ਦੇਖ ਆਪ ਤੇ ਵਿਸ਼ੇਖ ਲਖ। ਮਛੰਦਰ ਨਾਥ ਨੇ ਹਰ ਪ੍ਰਕਾਰ ਦੀ ਵਿਧੀ ਵਰਤੀ, ਹਰ ਪ੍ਰਕਾਰ ਦੀ ਰੀਤ ਵਰਤੀ, ਚਰਚਾ ਵੀ ਕਰ ਲਈ, ਕਰਾਮਾਤਾਂ ਵੀ ਲਾ ਲਈਆਂ, ਪਰ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਆਪ ਤੋਂ ਵੱਡਾ ਕਰਕੇ ਜਾਣਿਆ ਹੈ। ਲੱਜਤ ਹੋਵੇ ਹਟ ਜਾਤ ਰਿੱਧੇ ਪਛਤਾਤ ਹੈ। ਮਨ ਵਿੱਚ ਜਾਣ ਗਿਆ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਅਨੰਤ ਕਲਾ ਹੋਏ ਠਾਕੁਰ ਚੜਿਆ, ਬੜੇ ਅਵਤਾਰੀ ਪੁਰਸ਼ ਦੁਨੀਆ ਵਿੱਚ ਆਏ, ਪਰ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਨੇਕਾਂ ਕਲਾ ਨੂੰ ਲੈ ਕੇ ਸਮਾਤ ਲੋਕ ਦੀ ਧਰਤੀ ਤੇ ਆਏ ਨੇ। ਇਹਨਾਂ ਦੀ ਸਮਤਾ, ਇਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਸ਼ਰਮਿੰਦਾ ਹੋ ਕਰਕੇ ਮਛੰਦਰ ਨਾਥ ਉੱਥੋਂ ਵਾਪਸ ਮੁੜ ਗਿਆ ਹੈ। ਗੋਰਖ ਕੇ ਟਿਗ ਜਾਏ ਬਚਨੇ ਅਲਾਏ। ਗੋਰਖਨਾਥ ਦੇ ਪਾਸ ਜਾ ਕਰਕੇ ਕਹਿਣ ਲੱਗਾ ਹੈ, ਐਸੇ ਹਮ ਤੇ ਨਾ ਛੋਟੇ ਜਿਉ ਮਾਨੇ ਹਮ ਬਾਤ। ਆਖਣ ਲੱਗਾ ਗੁਰਦੇਵ ਉਹ ਸਾਡੇ ਨਾਲੋਂ ਛੋਟੇ ਨਹੀਂ, ਵੀ ਜਿਹੜੀ ਸਾਡੀ ਗੱਲ ਉਹ ਸੌਖੀ ਮੰਨ ਲੈਣਗੇ। ਛੋਟਾ ਹੋਵੇ ਤੇ ਮਨਾ ਲਈਏ, ਸ਼ਕਤੀਆਂ ਲਾ ਕੇ ਮਨਾ ਲਈਏ, ਚਰਚਾ ਵਿੱਚ ਹਾਰ ਹਰਾ ਕੇ ਮਨਾ ਲਈਏ, ਉਹ ਸਾਡੇ ਨਾਲੋਂ ਛੋਟੇ ਨਹੀਂ ਹਨ। ਉੱਚੇ ਹੱਥ ਬੋਲ ਬੋਲੇ ਮਨ ਤੇ ਨਾ ਡੋਲੇ ਕਬ। ਬੜੇ ਉੱਚੇ ਉੱਚੇ ਬੋਲ ਬੋਲਦੇ ਹਨ। ਇਹੋ ਜਿਹੇ ਬੋਲ ਬੋਲਦੇ ਨੇ ਜੈਸੇ ਕੋਈ ਰੱਬੀ ਰੂਹ ਹੋਵੇ, ਕੋਈ ਅਵਤਾਰੀ ਪੁਰਸ਼ ਹੋਵੇ, ਤੇ ਮਨ ਕਰਕੇ ਉਹ ਕਦੇ ਡੋਲਦੇ ਨਹੀਂ ਹਨ। ਸਾਗਰ ਗੰਭੀਰ ਜਿਉ ਅਥਾ ਕਰਾਮਾਤ। ਜਿਵੇਂ ਕੋਈ ਵੱਡਾ ਸਾਗਰ ਹੋਵੇ ਨਾ, ਮਹਾਨ ਡੂੰਘਾ ਗੰਭੀਰ ਸਾਗਰ ਹੋਵੇ, ਇਸ ਪ੍ਰਕਾਰ ਉਹਨਾਂ ਦੇ ਵਿੱਚ ਸਾਗਰ ਦੀ ਨਿਆਈ ਮਹਾਨ ਕਰਾਮਾਤਾਂ ਹਨ, ਜਿਨ੍ਹਾਂ ਉੱਪਰ ਸਾਡਾ ਵਸ ਨਹੀਂ ਚੱਲ ਸਕਦਾ। ਲੋਹਰੀਪਾ ਬੈਸਾ ਤਹਿ ਬੈਨ ਸੁਨ ਐਸੇ ਕਹੇ। ਇਹ ਬਚਨ ਸੁਣ ਕੇ ਫਿਰ ਉੱਥੇ ਲੋਹਰੀਪਾ ਨਾਮ ਦਾ ਇੱਕ ਸਿੱਧ ਬੈਠਾ ਸੀਗਾ। ਉਹ ਗੋਰਖਨਾਥ ਨੂੰ ਕਹਿਣ ਲੱਗਾ ਹੈ, ਦੇਖੋ ਸੋ ਕੈਸਾ ਮੋਕੋ ਆਏ ਸੇ ਉਚਾਰੀਏ। ਆਖਦਾ ਗੁਰਦੇਵ ਮੈਨੂੰ ਇੱਕ ਵਾਰੀ ਆਗਿਆ ਦਿਓ, ਮੈਂ ਜਾ ਕੇ ਵੇਖਦਾ ਵੀ ਉਹ ਜਿਹੜਾ ਸਿੱਧ ਕੈਸਾ ਸਿੱਧ ਹੈ।
ਗੋਰਖ ਪ੍ਰਸਾਦ ਜਾਏ ਜੀਤੋਂ ਕਰ ਬਾਦ ਤਹਿ। ਗੋਰਖਨਾਥ ਜੀ ਤੁਹਾਡੀ ਕਿਰਪਾ ਦੇ ਨਾਲ ਜਾ ਕੇ ਮੈਂ ਚਰਚਾ ਕਰਕੇ ਗੁਰੂ ਨਾਨਕ ਸਾਹਿਬ ਨੂੰ ਜਿੱਤ ਲਵਾਂਗਾ। ਕਹੇ ਸਭ ਸਿੱਧ ਤਬ ਤੁਮ ਹੀ ਸਿਧਾਰੀਏ। ਲੋਹਾ ਰੀਪਾ ਸਿੱਧ ਦੀ ਗੱਲ ਸੁਣ ਕੇ ਸਾਰੇ ਸਿੱਧ ਆਖਣ ਲੱਗੇ ਵੀ ਤੁਸੀਂ ਚਲੇ ਜਾਵੋ। ਆਵਾ ਚੱਲ ਪਾਸ ਜਹਾਂ ਬੈਸੇ ਸੁਖ ਰਸ ਜਾਂਕੇ। ਇਸ ਥਾਂ ਤੇ ਸੁੱਖਾਂ ਦੀ ਪੂੰਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਸਨ। ਲੋਹਾ ਰੀਪਾ ਸਿੱਧ ਉੱਥੇ ਆਣ ਪਹੁੰਚਿਆ ਹੈ। ਬਚਨ ਬਿਲਾਸ ਭਵ ਅਪਦਾ ਨਿਵਾਰੀਏ। ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਬਚਨ ਬਿਲਾਸ ਦੇ ਨਾਲ, ਜਿਨ੍ਹਾਂ ਦੇ ਬਚਨਾਂ ਦੇ ਨਾਲ ਮਨੁੱਖ ਦਾ ਜਨਮ ਤੇ ਮਰਨ ਦਾ ਗੇੜ ਕੱਟਿਆ ਜਾਂਦਾ ਹੈ। ਐਸੇ ਪਾਤਸ਼ਾਹ ਜਿਨ੍ਹਾਂ ਦੇ ਇੱਕ ਇੱਕ ਬੋਲ ਦੇ ਨਾਲ ਸਿੱਖ ਦੇ ਪਾਪ ਧੋਤੇ ਜਾਂਦੇ ਨੇ, ਜਿਨ੍ਹਾਂ ਦੀ ਪਵਿੱਤਰ ਬਾਣੀ ਪੜ੍ਹ ਕੇ ਹਿਰਦਾ ਸ਼ਾਂਤ ਤੇ ਸ਼ੁੱਧ ਹੋ ਜਾਂਦਾ ਹੈ। ਐਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲ ਲੋਹਾ ਰੀਪਾ ਸਿੱਧ ਆਇਆ ਹੈ। ਬਾਲੇ ਹੈ ਆਦੇਸ਼ ਮੁਸਕਾਨੇ ਗੌਰ ਦੇਖ। ਜਦੋਂ ਨੇ ਆਖਿਆ ਲੋਹਾ ਰੀਪਾ ਨੇ ਬਾਲੇ ਆਦੇਸ਼, ਗੁਰੂ ਨਾਨਕ ਸਾਹਿਬ ਜੀ ਉਹਦੇ ਵੱਲ ਵੇਖ ਕੇ ਮੁਸਕਰਾ ਪਏ ਹਨ। ਏਕ ਓੰਕਾਰ ਕੋ ਆਦੇਸ਼ ਆਓ ਬਹਿਸ ਜੋਗ ਕਾਰੀਏ। ਪਾਤਸ਼ਾਹ ਕਹਿੰਦੇ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਪਾਤਸ਼ਾਹ ਕਹਿੰਦੇ ਸਾਡੀ ਨਮਸਕਾਰ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ। ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ। ਜਿਹਨੇ ਸਾਰਾ ਸੰਸਾਰ ਬਣਾਇਆ ਉਹਨੂੰ ਸਾਡੀ ਨਮਸਕਾਰ ਹੈ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਉਹਨੂੰ ਨਮਸਕਾਰ ਹੈ ਜਿਹੜਾ ਨਮਸਕਾਰ ਕਰਨ ਦੇ ਯੋਗ ਹੈ, ਉਹ ਅਕਾਲ ਪੁਰਖ। ਸਿੱਧ ਨੂੰ ਕਹਿਣ ਲੱਗੇ ਸਾਡੀ ਨਮਸਕਾਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੈ। ਨਾਮ ਕੌਣ ਤਾਮ ਕੌਣ ਕੀਓ ਕਿਤ ਗੌਨ ਅਬ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਵੇਖ ਕਰਕੇ ਲੋਹਾ ਰੀਪਾ ਕਹਿਣ ਲੱਗਾ ਨਾਮ ਕੌਣ, ਤੁਹਾਡਾ ਨਾਮ ਕੀ ਹੈ, ਤੁਹਾਡਾ ਘਰ ਕਿਸ ਜਗ੍ਹਾ ਦੇ ਉੱਪਰ ਹੈ। ਵੇਖ ਤੇਰੋ ਕੌਣ ਦੇਸ਼ ਕੌਣ ਹੈ ਬਤਾਈਏ। ਤੁਸੀਂ ਕਿਹੜੇ ਪਾਸਿਓਂ ਚੱਲ ਕੇ ਆਏ ਹੋ ਤੇ ਕਿੱਧਰ ਨੂੰ ਜਾ ਰਹੇ ਹੋ, ਤੇ ਤੁਹਾਡਾ ਵੇਖ ਕਿਹੜਾ ਤੇ ਦੇਸ਼ ਕਿਹੜਾ। ਮੇਰੇ ਇਹਨਾਂ ਸਵਾਲਾਂ ਦਾ ਜਵਾਬ ਕਿਰਪਾ ਕਰਕੇ ਦੇਣਾ ਕਰੋ। ਨਾਨਕ ਹੈ ਨਾਮ ਜਹਾਂ ਅਨਹਦ ਧੁਨ ਤਾਮ। ਪਾਤਸ਼ਾਹ ਕਹਿੰਦੇ ਸਾਡਾ ਨਾਮ ਨਾਨਕ ਹੈ ਤੇ ਸਾਡਾ ਘਰ ਉਹ ਹੈ ਜਿੱਥੇ ਅੱਠੇ ਪੈਰ ਅਨਾਹਦ ਧੁਨੀਆਂ ਵੱਜਦੀਆਂ ਨੇ। ਪਰਮੇਸ਼ਰ ਦਾ ਘਰ ਸਾਡਾ ਘਰ ਹੈ ਔਰ ਸਾਰਿਆਂ ਦਾ ਘਰ ਵੀ ਉਹੀ ਹੈ ਅਸਲ ਵਿੱਚ, ਬਾਕੀ ਤਾਂ ਘਰ ਝੂਠੇ ਹੀ ਨੇ। ਆ ਜਿਤਨੇ ਵੀ ਘਰ ਦੁਨੀਆ ਵਿੱਚ ਵੇਖ ਰਹੇ ਆ, ਚਾਹੇ ਸਰੀਰ ਰੂਪੀ ਘਰ ਹੈ, ਚਾਹੇ ਆ ਮਕਾਨ ਇੱਟਾਂ ਦੇ ਬਣੇ ਹੋਏ, ਇਹ ਘਰ ਜਿਨ੍ਹਾਂ ਨੂੰ ਘਰ ਅਸੀਂ ਸਮਝਿਆ ਹੋਇਆ, ਇਹ ਸਾਡੇ ਵਾਕਿਆ ਹੀ ਘਰ ਨਹੀਂ। ਡੱਡਾ ਡੇਰਾ ਇਹੋ ਨਹੀਂ। ਮਹਾਰਾਜ ਕਹਿੰਦੇ ਇਹ ਸਾਡਾ ਡੇਰਾ ਥੋੜਾ ਹੈ। ਡੇਰਾ ਘਰ ਨੂੰ ਕਹਿੰਦੇ, ਨਿਵਾਸ ਸਥਾਨ ਨੂੰ ਕਹਿੰਦੇ ਨੇ। ਜਹ ਡੇਰਾ ਤਹ ਜਾਨ, ਜਿੱਥੇ ਤੂੰ ਜਾਣਾ ਅਸਲੀ ਡੇਰਾ ਅਸਲੀ ਘਰ ਉਹ ਸਮਝ। ਸਭ ਨੇ ਛੱਡ ਕੇ ਘਰ ਦੁਨਿਆਵੀ ਘਰ ਛੱਡ ਕੇ ਪਰਮੇਸ਼ਰ ਦੇ ਘਰ ਵਿਖੇ ਚਲੇ ਜਾਣਾ। ਅਸਲੀ ਘਰ ਤਾਂ ਉਹੀ ਹੈ ਜਿੱਥੇ ਅਨਾਹਦ ਧੁਨੀਆਂ ਪੈਦਾ ਹੁੰਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡਾ ਘਰ ਜਿਹੜਾ ਉਹ ਹੈ ਜਿੱਥੇ ਅਨਾਹਦ ਧੁਨੀਆਂ ਨੇ। ਭਾਵੇਂ ਇਹ ਕਹਿ ਲਈਏ ਵੀ ਨਿਰੰਕਾਰ ਦਾ ਘਰ ਸਾਡਾ ਘਰ ਹੈ। ਨਿਰੰਕਾਰ ਕੈ ਦੇਸ਼ ਜਾਏ ਤਾ ਸੁਖ ਲਹ ਹੈ ਮਹਲ, ਉਹ ਸਾਡਾ ਘਰ ਹੈ। ਜਾਂ ਜਿੱਥੇ ਅਨਾਹਦ ਧੁਨੀਆਂ ਵੱਜਦੀਆਂ ਦਸਮ ਦਵਾਰਾ ਅਗਮ ਪਾਰਾ ਪਰਮ ਪੁਰਖ ਕੀ ਘਾਟੀ, ਉਹ ਜਿਹੜਾ ਸਾਡਾ ਘਰ ਹੈ। ਸੁਨ ਮੰਡਲ ਇੱਕ ਜੋਗੀ ਬੈਸੇ ਨਾਰ ਨਾ ਪੁਰਖ ਕਹੋ ਕਉ ਕੈਸੇ, ਇਹ ਸਾਡਾ ਘਰ ਹੈ ਜਿੱਥੇ ਅੱਠੇ ਪੈਰ ਅਨਾਹਦ ਧੁਨੀਆਂ ਪੈਦਾ ਹੁੰਦੀਆਂ ਹਨ। ਜਾਵੋ ਕਰਤਾਰ ਸ਼ਾਮ ਸੁਖਦ ਸੁਹਾਈਏ। ਜੋ ਅਕਾਲ ਪੁਰਖ ਸਾਰਿਆਂ ਨੂੰ ਸੁਖ ਦੇਣ ਵਾਲਾ, ਜਿਹਦੀ ਸ਼ਰਨ ਸਭ ਨੂੰ ਸੁਖ ਦੇਣ ਵਾਲੀ ਹੈ, ਅਸੀਂ ਉਸ ਅਕਾਲ ਪੁਰਖ ਦੀ ਸ਼ਰਨ ਵਿੱਚ ਚੱਲੇ ਹਾਂ। ਦੇਸ਼ ਹੈ ਬੇਗਮਪੁਰ ਵੇਖ ਏਕ ਓੰਕਾਰੀ ਮੁਰ। ਸਾਡਾ ਜਿਹੜਾ ਦੇਸ਼ ਹੈ ਨਾ ਉਹ ਬੇਗਮਪੁਰਾ ਹੈ। ਬੇਗਮਪੁਰਾ ਸ਼ਹਿਰ ਕੋ ਨਾਓ, ਦੋਖ ਅੰਦੋ ਨਹੀਂ ਤੇ ਠਾਓ। ਉਹ ਸਾਡਾ ਸ਼ਹਿਰ ਹੈ ਜਿੱਥੇ ਗਮ ਕੋਈ ਨਹੀਂ, ਜਿੱਥੇ ਨਾ ਦੁੱਖ ਹੈ, ਜਿੱਥੇ ਨਾ ਕੋਈ ਸੁੱਖ ਹੈ। ਫਿਰ ਉੱਥੇ ਕੀ ਹੈ? ਤੇਰਾ ਘਰ ਆਨੰਦ ਵਧਾਈ ਤੁਧ ਘਰ, ਜਿੱਥੇ ਆਨੰਦ ਹੀ ਆਨੰਦ ਨੇ, ਜਿੱਥੇ ਵਧਾਈਆਂ ਹੀ ਵਧਾਈਆਂ ਨੇ, ਉਹ ਘਰ ਹੈ ਸਾਡਾ ਜਿੱਥੇ ਗਮ ਨਹੀਂ ਕਿਸੇ ਪ੍ਰਕਾਰ ਦਾ। ਪਾਤਸ਼ਾਹ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਵੇਖ ਅਸੀਂ ਹਿਰਦੇ ਸਰੀਰ ਉੱਪਰ ਧਾਰਨ ਕੀਤਾ ਹੈ।
ਉਹਨੇ ਪੁੱਛਿਆ ਵੀ ਤੁਹਾਡਾ ਬੇਖ ਕਿਹੜਾ? ਮਹਾਰਾਜ ਕਹਿੰਦੇ ਬੇਖ ਏਕ ਓੰਕਾਰੀ ਮੁਰ, ਏਕ ਓੰਕਾਰੀ ਮੇਰਾ ਬੇਖ ਹੈ। ਇਹਦਾ ਭਾਵ ਹੈ ਵੀ ਮੈਂ ਇੱਕ ਨੂੰ ਮੰਨਦਾ ਆ, ਹੋਰ ਮੇਰਾ ਕੋਈ ਭੇਖ ਨਹੀਂ। ਦੁਨੀਆ ਵਿੱਚ ਅਲੱਗ-ਅਲੱਗ ਭੇਖ ਨੇ, ਅਲੱਗ-ਅਲੱਗ ਮਜ਼ਹਬ ਨੇ, ਅਲੱਗ-ਅਲੱਗ ਲੋਕ ਹਨ, ਤੇ ਜਿਨ੍ਹਾਂ ਨੇ ਹਰ ਇੱਕ ਜਗ੍ਹਾ ਨੂੰ, ਹਰ ਇੱਕ ਪੁਰਸ਼ ਨੂੰ, ਮਨੁੱਖ ਨੂੰ ਰੱਬ ਬਣਾਇਆ ਹੋਇਆ। ਜਗਤ ਵਿੱਚ ਐਸਾ ਹੀ ਚੱਲ ਰਿਹਾ ਨਾ ਅੱਜ ਦੇ ਸਮੇਂ ਵਿੱਚ, ਹਰ ਕਿਸੇ ਦਾ ਵੱਖਰਾ ਵੱਖਰਾ ਗੁਰੂ ਹੈ, ਵੱਖਰਾ ਵੱਖਰਾ ਧਰਮ ਹੈ। ਇੱਕ ਬਚਨ ਸੁਣਿਆ ਸੀ ਵੀ ਸ੍ਰਿਸ਼ਟੀ ਜਿਹੜੀ ਸ਼ੰਕਰ ਵਰਨ ਹੋਈ, ਉਹ ਕੁਝ ਹੋਇਆ ਪਿਆ ਜਗਤ ਦੇ ਅੰਦਰ ਅੱਜ ਦੇ ਸਮੇਂ ਅੰਦਰ। ਨਿਰੰਕਾਰ ਨੂੰ ਕੋਈ ਮੰਨ ਕੇ ਰਾਜੀ ਨਹੀਂ, ਘਰ ਘਰ ਹੋਏ ਬਹਿੰਗੇ ਰਾਮਾ। ਗੁਰੂ ਕਲਗੀਧਰ ਜੀ ਨੇ ਕਲਕੀ ਅਵਤਾਰ ਵਿੱਚ ਲਿਖਿਆ ਸੀ ਵੀ ਸਮਾਂ ਆਏਗਾ ਜਦੋਂ ਘਰ ਘਰ ਵਿੱਚ ਰੱਬ ਬਣ ਕੇ ਬਹਿ ਜਾਣਗੇ ਲੋਕ। ਅੱਜ ਉਹੀ ਹਾਲ ਇਸ ਜਗਤ ਦਾ ਹੋਇਆ ਪਿਆ ਵੀ ਘਰ ਘਰ ਵਿੱਚ ਲੋਕ ਰੱਬ ਬਣ ਕੇ ਬੈਠੇ ਹੋਏ ਨੇ। ਜਿਤਨੇ ਲੋਕ ਉਤਨੇ ਭੇਖ ਨੇ, ਭੇਖਾਂ ਨਾਲ ਸੰਸਾਰ ਜੁੜ ਗਿਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੇਰਾ ਭੇਖ ਏਕ ਓੰਕਾਰ ਹੈ, ਭਾਵ ਇੱਕ ਨਿਰੰਕਾਰ ਨੂੰ ਮੰਨਣਾ, ਇਹੀ ਮੇਰਾ ਅਸਲ ਭੇਖ ਹੈ। ਬਾਕੀ ਦੁਨੀਆ ਦੇ ਜਿਤਨੇ ਭੇਖ ਨੇ ਸਾਰੇ ਭੇਖ ਕੁੜਿਆਰ ਝੂਠੇ ਹਨ। ਬੂਝ ਬੇਕੀ ਚਾਹ ਔਰ ਸੋ ਅਲਾਈਏ। ਸਾਹਿਬ ਕਹਿੰਦੇ ਜੇ ਤੇਰੇ ਮਨ ਵਿੱਚ ਹੁਣ ਕੁਝ ਪੁੱਛਣ ਦੀ ਚਾਹਨਾ ਹੈ ਭਾਈ ਦੱਸ ਦੇ। ਆਵਤ ਹੋ ਤਾਏ ਤਾਏ ਮਤ ਸਰ ਰੋਗ ਕਾਏ। ਤੁਸੀਂ ਸਾਰੇ ਜਾਣੇ ਨਾ ਦੌੜ ਦੌੜ ਕੇ ਆਉਂਦੇ ਹੋ, ਤੁਹਾਡੇ ਅੰਦਰ ਈਰਖਾ ਦਾ ਰੋਗ ਲੱਗਿਆ ਹੋਇਆ, ਈਰਖਾ ਕਰਕੇ ਹੀ ਆ ਰਹੇ ਹੋ। ਈਰਖਾ ਜਿਹੜੀ ਹੁੰਦੀ ਹੈ ਉਹ ਆਪਣੇ ਤੋਂ ਵੱਡੇ ਨਾਲ ਹੁੰਦੀ ਹੈ, ਛੋਟੇ ਨਾਲ ਬੰਦਾ ਥੋੜਾ ਈਰਖਾ ਕਰਦਾ ਹੈ। ਛੋਟੇ ਨੂੰ ਤਾਂ ਤਿਆਗ ਦੇਵੇਗਾ ਜਾਂ ਨਫ਼ਰਤ ਕਰੇਗਾ, ਵੱਡੇ ਨਾਲ ਈਰਖਾ ਕਰੇਗਾ। ਹੁਣ ਇਹਦਾ ਭਾਵ ਹੀ ਸਿੱਧਾਂ ਨੂੰ ਪਤਾ ਲੱਗ ਹੀ ਗਿਆ ਸੀ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਦਾ ਵੀ ਇਹ ਬੜੇ ਮਹਾਨ ਨੇ। ਜਦੋਂ ਗੋਰਖਨਾਥ ਆਪ ਹੀ ਹਾਰ ਕੇ ਚਲਾ ਗਿਆ ਤੇ ਬਾਕੀ ਵਿਚਾਰੇ ਸਿੱਧ ਕੀ ਸਨ। ਇਸ ਵਾਸਤੇ ਪਾਤਸ਼ਾਹ ਕਹਿੰਦੇ ਜਿਹੜਾ ਈਰਖਾ ਦਾ ਰੋਗ ਹੈ ਨਾ, ਇਹ ਈਰਖਾ ਦੇ ਰੋਗ ਦੇ ਮਾਰੇ ਤੁਸੀਂ ਦੌੜ ਦੌੜ ਕੇ ਆਉਂਦੇ ਹੋ। ਪਰ ਨਾਲ ਇੱਕ ਬੇਨਤੀ ਹੈ ਵੀ ਗੱਲ ਕੱਲੀ ਸਿੱਧਾਂ ਦੀ ਨਹੀਂ, ਅਸਾਂ ਵੀ ਵਿੱਚੇ ਹੀ ਆਉਂਦੇ ਆ ਸਾਰੇ ਜਾਣੇ। ਰੋਜ਼ ਅਰਦਾਸ ਕਰਦੇ ਆ ਨਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਝਾਤੀ ਇਹ ਮਾਰਿਓ ਵੀ ਗੁਆਂਢੀਆਂ ਨਾਲ ਬਣਦੀ ਆ ਆਪਣੀ, ਆਪਣੇ ਹਿਰਦੇ ਵਿੱਚ ਝਾਤੀ ਮਾਰੀਏ ਨਾ ਵੀ ਗੁਆਂਢੀਆਂ ਨਾਲ ਬਣਦੀ ਹੈ। ਚਾਰ ਚੁਫੇਰੇ ਲੋਕ ਰਹਿੰਦੇ ਨੇ, ਉਹਨਾਂ ਨਾਲ ਬਣਦੀ ਹੈ। ਕਿੰਨਿਆਂ ਕਦੇ ਨਾਲ ਅਸੀਂ ਈਰਖਾ ਕਰਦੇ ਹਾਂ, ਕਿੰਨਿਆਂ ਕੁ ਨਾਲ ਅਸੀਂ ਪ੍ਰੇਮ ਕਰਦੇ ਹਾਂ। ਜੇ ਅਸੀਂ ਇਹ ਦਾਤ ਮੰਗਦੇ ਹਾਂ ਵੀ ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਸਰਬੱਤ ਦਾ ਭਲਾ ਮੰਗਣ ਵਾਲੇ ਗੁਆਂਢੀਆਂ ਨਾਲ ਤਾਂ ਈਰਖਾ ਕਰਦੇ ਹੁੰਦੇ ਨੇ। ਅਸਲ ਵਿੱਚ ਸਾਨੂੰ ਆਪਣਾ ਮਨ ਖੋਜਣਾ ਚਾਹੀਦਾ। ਤਾਂ ਹੀ ਕਬੀਰ ਜੀ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਦਿਲ ਖੋਜਿਆ ਕਰ ਰੋਜ਼ ਆਪਣਾ, ਵੇਖ ਕਿਤੇ ਈਰਖਾ ਤਾਂ ਨਹੀਂ ਬੈਠੀ ਹੋਈ। ਗੱਲ ਆਪਾਂ ਭਾਈ ਕਨ੍ਹਈਆ ਜੀ ਦੀ ਕਰੀਏ ਕਿ ਜਿਨ੍ਹਾਂ ਨੇ ਸਭ ਨੂੰ ਜਲ ਛਕਾਇਆ, ਭਾਵੇਂ ਸਿੰਘ ਸਨ ਭਾਵੇਂ ਤੁਰਕ ਸਨ। ਤੇ ਗੁਰਮੁਖੋ ਆਪਾਂ ਫਿਰ ਅੰਦਰ ਉਹੋ ਜਿਹਾ ਈਰਖਾਵਾਦ ਦਾ ਭਾਵ ਰੱਖੀਏ ਤੇ ਗੱਲ ਸ਼ੋਭਦੀ ਨਹੀਂ। ਸਿੱਖ ਹੋਵੇ ਗੁਰੂ ਨਾਨਕ ਸਾਹਿਬ ਜੀ ਦਾ ਤੇ ਅੰਦਰ ਹੋਵੇ ਈਰਖਾ ਤੇ ਗੱਲ ਸ਼ੋਭਦੀ ਨਹੀਂ ਭਾਈ। ਸਿੱਖ ਤਾਂ ਉਹੀ ਸ਼ੋਭਦਾ ਜਿਹੜਾ ਅੰਦਰੋਂ ਨਿਰਮਲ ਹੋਵੇ। ਜੀ ਉਹ ਨਿਰਮਲ ਬਾਹਰੋਂ ਨਿਰਮਲ, ਜਿਹੜਾ ਅੰਦਰੋਂ ਵੀ ਨਿਰਮਲ ਹੈ ਤੇ ਬਾਹਰੋਂ ਵੀ ਨਿਰਮਲ ਹੈ। ਈਰਖਾ ਨਹੀਂ ਕਰਨੀ ਚਾਹੀਦੀ ਕਿਸੇ ਨਾਲ, ਸਭ ਨਾਲ ਪ੍ਰੇਮ ਕਰਨਾ ਚਾਹੀਦਾ ਹੈ। ਸਭ ਪਰਮੇਸ਼ਰ ਅਕਾਲ ਪੁਰਖ ਦੇ ਬਣਾਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਿਆਰੇ ਨੇ, ਸਭ ਨੂੰ ਅਕਾਲ ਪੁਰਖ ਨੇ ਪੈਦਾ ਕੀਤਾ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਗੁਰੂ ਨਾਨਕ ਸਾਹਿਬ ਜੀ ਆਖਣ ਲੱਗੇ ਲੋਹਾ ਰੀਪਾ ਸਿੱਧ ਮਤਸਰ ਰੋਗ ਕਾਏ। ਤੇਰੇ ਸਰੀਰ ਵਿੱਚ ਈਰਖਾ ਦਾ ਰੋਗ ਲੱਗਿਆ ਹੋਇਆ, ਤਾਂ ਹੀ ਦੌੜ ਦੌੜ ਕੇ ਆਉਂਦੇ ਹੋ। ਤਾਂ ਕੋ ਉਪਚਾਰ ਕੀਜੇ ਜੋਗ ਨਾ ਲਜਾਈਏ। ਇਹ ਈਰਖਾ ਦੇ ਰੋਗ ਦਾ ਨਾ ਕੋਈ ਇਲਾਜ ਕਰੋ, ਜੋਗ ਨੂੰ ਲਾਜ ਨਾ ਲਾਵੋ। ਤੁਸੀਂ ਜੋਗ ਨੂੰ ਲਾਜ ਲਾ ਰਹੇ ਹੋ। ਖਾਏ ਰਿਸ ਬੋਲਿਓ ਜੋਗ ਓਜ ਚੱਕ ਚੋਲਿਓ ਨਿਜ। ਸਤਿਗੁਰਾਂ ਦੇ ਬੋਲ ਸੁਣ ਕੇ ਨਾ ਲੋਹਾ ਰੀਪਾ ਸਿੱਧ ਅੰਦਰੋਂ ਕ੍ਰੋਧ ਖਾ ਕੇ ਬੋਲਿਆ। ਕਿਉਂਕਿ ਜਦੋਂ ਜੋਗ ਦੇ ਬਲ ਨੇ ਅੰਦਰੋਂ ਹੁਲਾਰਾ ਮਾਰਿਆ ਨਾ ਵੀ ਮੇਰੇ ਜਿਹਾ ਕੋਈ ਯੋਗੀ ਨਹੀਂ, ਉਹਦੀ ਰਸਨਾ ਵਿੱਚੋਂ ਫਿਰ ਕ੍ਰੋਧ ਦੇ ਵਿੱਚ ਆ ਕੇ, ਹੰਕਾਰ ਵਿੱਚ ਆ ਕੇ ਐਸੇ ਬੋਲ ਨਿਕਲੇ। ਕੀਤੇ ਚੱਕਰ ਭੇਦੇ ਕੀਤੀ ਪਾਖੁਰੀ ਹੈ ਤਾਏ ਕੀ। ਆਖਦਾ ਮਹਾਰਾਜ ਕਿੰਨੇ ਚੱਕਰ ਨੇ, ਕਿੰਨੇ ਚੱਕਰ ਵਿੰਨੇ ਨੇ ਭੇਦੇ, ਫਿਰ ਉਹਨਾਂ ਦੇ ਵਿੱਚ ਕੀਤੀ ਪਾਖੁਰੀ ਹੈ ਤਾਹੇ ਕੀ। ਜਿਹੜੇ ਚੱਕਰ ਨੇ ਉਹਨਾਂ ਦੀਆਂ ਪੰਖੜੀਆਂ ਕਿੰਨੀਆਂ ਹਨ। ਦੇਹ ਕੀਤੀ ਪੌਣ ਤ੍ਰਿਪਤਾਵੈ ਧਾਰ ਕੌਣ। ਦੇਹ ਦੇ ਵਿੱਚ ਪੌਣ ਕਿੰਨੇ ਪ੍ਰਕਾਰ ਦੀ ਹੈ।
ਸਵਾਸ ਕਿੰਨੇ ਪ੍ਰਕਾਰ ਦੇ ਨੇ, ਪਾਉਣ ਕਿੰਨੇ ਪ੍ਰਕਾਰ ਦੀ ਹੈ। ਇਸੇ ਪ੍ਰਕਾਰ ਕਿਹੜੀ ਇਹੋ ਜੀ ਧਾਰ ਹੈ ਜਿਹਦੇ ਨਾਲ ਅੰਦਰੋਂ ਤ੍ਰਿਪਤ ਹੋ ਜਾਈਦਾ ਹੈ। ਔਰ ਪੰਜ ਤਤ ਕਹੋ ਜੋ ਰਖੀਕ ਪੰਜ ਜਾਹੇ ਕੀ। ਫਿਰ ਪੰਜ ਤੱਤ ਵੀ ਮੈਨੂੰ ਦੱਸੋ, ਇਹ ਸਰੀਰ ਕਿਹੜੇ ਕਿਹੜੇ ਪੰਜ ਤੱਤਾਂ ਦੇ ਨਾਲ ਬਣਿਆ ਹੋਇਆ ਹੈ। ਫਿਰ ਇਸ ਤੋਂ ਬਾਅਦ ਜਿਹੜੀਆਂ ਸਾਡੇ ਸਰੀਰ ਦੇ ਵਿੱਚ ਇੰਦਰੀਆਂ ਹਨ, ਉਹਨਾਂ ਇੰਦਰੀਆਂ ਬਾਰੇ ਵੀ ਮੈਨੂੰ ਦੱਸਣਾ ਕਰੋ ਵੀ ਕਿਹੜੀਆਂ ਗਿਆਨ ਇੰਦਰੀਆਂ, ਕਿਹੜੀਆਂ ਕਰਮ ਇੰਦਰੀਆਂ ਹਨ। ਗੁਣ ਉਹ ਸੁਭਾਏ ਸਭ ਤਤਨ ਕੇ ਕਹੋ ਅਬ। ਜਿੰਨੇ ਵੀ ਤੱਤ ਨੇ ਉਹਨਾਂ ਦੇ ਗੁਣ ਤੇ ਉਹਨਾਂ ਦੇ ਸੁਭਾਅ ਵੀ ਮੈਨੂੰ ਦੱਸੋ ਵੀ ਕਿਹੜੇ ਤੱਤ ਦਾ ਕਿਹੜਾ ਗੁਣ ਹੈ ਤੇ ਕਿਹੜਾ ਸੁਭਾਅ ਹੈ। ਪ੍ਰਥਕ ਪ੍ਰਕਿਰਤੀ ਵਿਦ ਸਭੇ ਦੇਹ ਮਾਹੇ ਕੀ। ਇਹ ਸਾਡੇ ਸਰੀਰ ਦੇ ਅੰਦਰ ਕਹਿੰਦੇ ਅੱਡੋ ਅੱਡ ਜਿਹੜੀ ਸਰੀਰ ਦਾ ਜਿਹੜਾ ਸੁਭਾਅ, ਪੰਜ ਤੱਤਾਂ ਦਾ ਜਿਹੜਾ ਸੁਭਾਅ, ਉਹਨਾਂ ਦੇ ਜਿਹੜੇ ਗੁਣ ਨੇ, ਇਹ ਅੱਡ ਅੱਡ ਕਰਕੇ ਮੈਨੂੰ ਸੁਣਾਣਾ ਕਰੋ। ਉੱਤਰ ਬਤਾਓ ਤੋ ਆਗੇ ਚੱਲ ਜਾਵੋ ਤੁਮ। ਪਹਿਲਾਂ ਮੈਨੂੰ ਮੇਰੇ ਸਵਾਲਾਂ ਦਾ ਉੱਤਰ ਜਵਾਬ ਦਿਓ, ਤੇ ਜੇ ਜਵਾਬ ਦੇ ਦਿਓਗੇ ਫਿਰ ਇੱਥੋਂ ਅੱਗੇ ਚਲੇ ਜਾਣਾ। ਨਾ ਤੋ ਉਪਦੇਸ਼ ਲੀਜੇ ਤਜੋ ਮਤ ਕਾਹੇ ਕੀ। ਤੇ ਜੇ ਤੁਹਾਨੂੰ ਮੇਰੇ ਸਵਾਲਾਂ ਦਾ ਜਵਾਬ ਨਹੀਂ ਆਉਂਦਾ ਤੇ ਜਿਹੜੀ ਤੁਸੀਂ ਕਿਸੇ ਦੀ ਮਤ ਲਈ ਹੈ ਨਾ, ਉਹ ਮਤ ਛੱਡ ਦਿਓ ਤੇ ਮੇਰੀ ਮਤ, ਮੇਰਾ ਉਪਦੇਸ਼ ਧਾਰਨ ਕਰ ਲਵੋ। ਮੂਲ ਕੋ ਕਮਲ ਦਲ ਚਾਰ ਹੈ ਅਮਲ ਲਾਲ। ਪਾਤਸ਼ਾਹ ਆਖਣ ਲੱਗੇ, ਲੋਹਾ ਰੀਪਾ ਸਿੱਧ ਸਰੀਰ ਵਿੱਚ 6 ਚੱਕਰ ਨੇ। ਪਹਿਲਾ ਜਿਹੜਾ ਚੱਕਰ ਹੈ ਉਹ ਮੂਲਾਧਾਰ ਚੱਕਰ ਹੈ। ਜਿਹੜਾ ਮੂਲਾਧਾਰ ਚੱਕਰ ਹੈ ਇਹ ਗੁਦਾ ਮੰਡਲ ਦੇ ਵਿੱਚ ਰਹਿੰਦਾ ਹੈ। ਸਤਿਗੁਰੂ ਕਹਿੰਦੇ ਲਾਲ ਇਹਦਾ ਰੰਗ ਹੈ ਤੇ 4 ਇਹਦੀਆਂ ਪੰਖੜੀਆਂ ਹਨ। ਨਾਭ ਤਲੇ ਖੱਟ ਦਲ ਪੀਰੋ ਰੰਗ ਜਾਨੀਏ। ਉਸ ਤੋਂ ਬਾਅਦ ਜਿਹੜਾ ਦੂਸਰਾ ਚੱਕਰ ਹੈ ਸਵਾਦ ਸਥਾਨ ਚੱਕਰ, ਪੀਲੇ ਰੰਗ ਦਾ ਚੱਕਰ ਹੈ। ਸਤਿਗੁਰੂ ਕਹਿੰਦੇ ਨਾਭੀ ਦੇ ਹੇਠਲੇ ਪਾਸੇ ਲਿੰਗ ਦੇ ਮੂਲ ਦੇ ਵਿੱਚ ਇਹ ਜਿਹੜਾ ਚੱਕਰ ਰਹਿੰਦਾ ਹੈ। ਤੇ ਸਤਿਗੁਰੂ ਕਹਿੰਦੇ ਇਸ ਚੱਕਰ ਦੀਆਂ ਜਿਹੜੀਆਂ ਖੱਟ ਦਲ ਦਾ ਭਾਵ ਵੀ 6 ਪੰਖੜੀਆਂ ਹਨ। ਨਾਭ ਮੈਂ ਦਸਮ ਦਲ ਨੀਲੋ ਰੰਗ ਸੋਹੇ ਜਾ ਕੋ। ਫਿਰ ਤੀਸਰਾ ਚੱਕਰ ਜਿਹੜਾ ਸਾਡਾ ਰਹਿੰਦਾ ਹੈ ਮਣੀਪੂਰਕ ਚੱਕਰ, ਉਹ ਚੱਕਰ ਮਹਾਰਾਜ ਜੀ ਕਹਿੰਦੇ ਸਾਡਾ ਨਾਭੀ ਦੇ ਵਿੱਚ ਰਹਿੰਦਾ ਹੈ। ਜਿਹੜਾ ਨਾਭੀ ਦੇ ਵਿੱਚ ਚੱਕਰ ਰਹਿੰਦਾ ਇਹ ਨੀਲੇ ਰੰਗ ਦਾ ਚੱਕਰ ਹੈ ਤੇ ਇਹਦੇ 10 ਪੰਖੜੀਆਂ ਹਨ। ਪਹਿਲਾ ਚੱਕਰ ਜਿਹੜਾ ਗੁਦਾ ਮੰਡਲ ਦਾ, ਲਿੰਗ ਮੰਡਲ ਦਾ, ਤੀਸਰਾ ਨਾਭੀ ਵਿੱਚ ਰਹਿੰਦਾ ਹੈ। ਪਹਿਲੇ ਚੱਕਰ ਦੀਆਂ 6 ਪੰਖੜੀਆਂ, ਮਾਫ ਕਰਨਾ 4 ਪੰਖੜੀਆਂ ਨੇ। ਦੂਜੇ ਚੱਕਰ ਦੀਆਂ 6 ਪੰਖੜੀਆਂ ਤੇ ਜਿਹੜਾ ਤੀਜਾ ਚੱਕਰ ਹੈ ਇਹਦੀਆਂ 10 ਪੰਖੜੀਆਂ ਹਨ। ਰਿੱਧੇ ਦਲ ਦਵਾਦਸ਼ ਕੋ ਸੇਤ ਪਹਿਚਾਨੀਏ। ਇਸੇ ਪ੍ਰਕਾਰ ਜਿਹੜਾ ਸਤਿਗੁਰੂ ਕਹਿੰਦੇ ਅਗਲਾ ਚੱਕਰ ਹੈ ਉਹ ਹਿਰਦੇ ਦੇ ਵਿੱਚ ਰਹਿੰਦਾ ਹੈ। ਜਿਹੜਾ ਚੱਕਰ ਚੌਥਾ ਹਿਰਦੇ ਦੇ ਵਿੱਚ ਰਹਿੰਦਾ ਹੈ ਇਸ ਨੂੰ ਅਨਾਹਤ ਚੱਕਰ ਕਹਿੰਦੇ ਹਨ। ਇਹ ਜਿਹੜਾ ਅਨਾਹਤ ਚੱਕਰ ਹੈ ਸਤਿਗੁਰੂ ਜੀ ਕਹਿੰਦੇ ਦਵਾਦਸ ਕੋ, ਇਹਦੀਆਂ ਦਵਾਦਸ ਯਾਨੀ ਕਿ 12 ਪੰਖੜੀਆਂ ਨੇ ਤੇ ਚਿੱਟਾ ਇਹਦਾ ਰੰਗ ਹੈ। ਕੰਠ ਕੋ ਕਮਲ ਦਲ 16 ਹੈ ਅਮਲ ਭੇਦ। ਇਸੇ ਪ੍ਰਕਾਰ ਫਿਰ ਵਿਸੁੱਧ ਚੱਕਰ, ਜਿਹੜਾ ਵਿਸੁੱਧ ਚੱਕਰ ਹੈ ਉਹ ਕੰਠ ਦੇ ਵਿੱਚ ਰਹਿੰਦਾ ਹੈ ਤੇ ਇਹਦੀਆਂ ਮਹਾਰਾਜ ਜੀ ਕਹਿੰਦੇ 16 ਪੰਖੜੀਆਂ ਹਨ। ਤ੍ਰਿਕੁਟੀ ਮੈਂ ਦੋਏ ਦਲ ਤਾਮ ਸੁਖ ਦਾਨੀਏ। ਇਸੇ ਪ੍ਰਕਾਰ ਫਿਰ 6ਵਾਂ ਚੱਕਰ ਜਿਹੜਾ ਤ੍ਰਿਕੁਟੀ ਦੇ ਵਿੱਚ ਰਹਿੰਦਾ ਹੈ। ਇਹ ਜਿਹੜਾ ਲਾਲ ਰੰਗ ਦਾ ਚੱਕਰ ਤੇ ਇਹਦੀਆਂ 2 ਪੰਖੜੀਆਂ ਨੇ। ਸਤਿਗੁਰੂ ਕਹਿੰਦੇ ਵੀ ਆਹ 6 ਚੱਕਰ ਨੇ ਜਿਹੜੇ ਅਲੱਗ-ਅਲੱਗ ਸਾਡੇ ਸਰੀਰ ਦੇ ਵਿੱਚ ਨੇ। ਇੱਕ ਯੋਗੀਆਂ ਨੇ 7ਵਾਂ ਵੀ ਕਲਪਿਆ ਹੋਇਆ ਹੈ ਜਿਹਨੂੰ ਜੋਤਿਆ ਸਿੰਘਾਸਨ ਚੱਕਰ ਕਹਿੰਦੇ, ਵੀ ਜਿਹੜਾ 10ਮ ਦਵਾਰ ਵਿੱਚ ਉਹ ਮੰਨਦੇ ਨੇ। ਪਰ ਜ਼ਿਆਦਾਤਰ 6 ਚੱਕਰ ਹੀ ਨੇ। ਗੁਰਬਾਣੀ ਵਿੱਚ ਵੀ ਉਲਟਤ ਪਵਨ ਚੱਕਰ ਖੜ ਭੇਦੇ ਸੁਰਤ ਸੁਨ ਅਨੁਰਾਗੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ 6 ਚੱਕਰਾਂ ਦਾ ਜ਼ਿਕਰ ਕੀਤਾ। ਮਹਾਂਪੁਰਸ਼ ਅਭਿਆਸੀ ਸੱਜਣ 6 ਚੱਕਰਾਂ ਦਾ ਜ਼ਿਕਰ ਕਰਦੇ, ਪਰ ਜੋਗੀਆਂ ਨੇ ਵੀ ਇੱਕ ਚੱਕਰ ਮੰਨਿਆ ਹੋਇਆ ਹੈ। ਉਹ 7ਵਾਂ ਚੱਕਰ ਮੰਨਦੇ ਨੇ 10ਮ ਦਵਾਰ ਦੇ ਅੰਦਰ, ਜਿਹਨੂੰ ਜੋਤੀ ਸਿੰਘਾਸਨ ਚੱਕਰ ਕਹਿੰਦੇ ਨੇ ਉਹ। ਪਰ 6 ਚੱਕਰ ਨੇ। ਇਸ ਪ੍ਰਕਾਰ ਮਹਾਰਾਜ ਕਹਿੰਦੇ ਸਾਡੇ 6 ਚੱਕਰ ਨੇ ਤੇ 6ਵਾਂ ਚੱਕਰ ਆਗਿਆ ਚੱਕਰ ਜਿਹੜਾ ਤ੍ਰਿਕੁਟੀ ਦੇ ਵਿੱਚ ਇੱਥੇ ਰਹਿੰਦਾ, ਜਿੱਥੇ ਸਾਡੀਆਂ ਈੜਾ, ਪਿੰਗਲਾ ਤੇ ਸੁਖਮਨਾ 3 ਨਾੜੀਆਂ ਦਾ ਆ ਕੇ ਸੁਮੇਲ ਹੁੰਦਾ ਹੈ। ਭੇਦੇ ਨ ਜਾਏ ਖੱਟ ਚੱਕਰ ਜੋ ਅਲਾਏ। ਜਿਹੜਾ ਸਤਿਗੁਰੂ ਕਹਿੰਦੇ ਅਭਿਆਸ ਕਰਦਾ ਹੈ ਨਾ ਪਰਮੇਸ਼ਰ ਦੇ ਨਾਮ ਦਾ,
ਅਭਿਆਸ ਕਰਦਾ ਕਰਦਾ ਉਹ 6 ਚੱਕਰਾਂ ਨੂੰ ਵਿੰਨ ਜਾਂਦਾ ਹੈ। ਇੱਕ ਤਾਂ ਯੋਗ ਦੇ ਬਲ ਦੇ ਨਾਲ ਪਾਉਣ ਦੀ ਸਾਧਨਾ ਕਰਕੇ, ਈੜਾ ਪਿੰਗਲਾ ਸੁਖਮਨਾ ਜਿਹੜੀਆਂ 3 ਨਾੜੀਆਂ ਨੇ, ਪਾਉਣ ਚੜਾਉਣੀ ਪਾਉਣ ਲਾਹਣੀ, ਇਸ ਕਿਰਿਆ ਦੇ ਨਾਲ ਪ੍ਰਾਣਾਯਾਮ ਕਰਕੇ ਕਈ ਇਹ ਚੱਕਰ ਵਿੰਨਦੇ ਨੇ ਹੌਲੀ ਹੌਲੀ। ਪਰ ਸਾਧ ਸੰਗਤ दस द्वार ठहराए बाए ऐसी बिद मानिए। ਸਤਿਗੁਰੂ ਕਹਿੰਦੇ ਇਸੇ ਪ੍ਰਕਾਰ ਜਿਹੜੀ ਪਾਉਣ ਹੈ, ਪਾਉਣ ਦੇ ਨਾਲ ਸ਼ਬਦ ਦਾ ਅਭਿਆਸ ਕਰਕੇ 6 ਚੱਕਰਾਂ ਨੂੰ ਵਿੰਨ ਕੇ ਤੇ ਜਿਹੜੀ ਸੁਰਤ ਹੈ ਪਾਉਣ ਹੈ, ਇਸੇ ਪ੍ਰਕਾਰ ਦਸਮ ਦਵਾਰ ਦੇ ਵਿੱਚ ਜਾ ਕੇ ਠਹਿਰਾ ਲਈਦੀ ਹੈ। ਪੌਣ 10 ਸੁਨੋ ਨਾਮ ਪ੍ਰਾਨ ਹੈ ਅਪਾਨ ਦੋ। ਫਿਰ ਕਹਿੰਦੇ ਜੀ ਪਾਉਣ ਕਿੰਨੇ ਪ੍ਰਕਾਰ ਦੀ, ਇਹ ਸਵਾਲ ਸੀਗਾ ਸਿੱਧ ਦਾ। ਸਤਿਗੁਰੂ ਕਹਿੰਦੇ ਹੁਣ ਇਹਦੇ ਵੀ ਨਾਮ ਸੁਣੋ। ਜਿਹੜੀ ਪਾਉਣ ਹੈ ਉਹ 10 ਪ੍ਰਕਾਰ ਦੀ ਹੈ ਪਾਉਣ। ਪਹਿਲੀ ਜਿਹੜੀ ਪਾਉਣ ਉਹਦਾ ਨਾਮ ਹੈ ਜੀ ਪ੍ਰਾਣ, ਦੂਜੀ ਦਾ ਨਾਮ ਹੈ ਅਪਾਨ, 2 ਪ੍ਰਕਾਰ ਦੀ। ਇਹਦੇ ਨਾਲ ਇੱਕ ਵਿਦਵਾਨ ਲਿਖਦਾ ਵੀ ਸਵਾਸ ਅੰਦਰ ਤੇ ਬਾਹਰ ਜਾਣ ਦੀ ਕਿਰਿਆ। ਉਸ ਤੋਂ ਬਾਅਦ ਫਿਰ ਸਾਧ ਸੰਗਤ ਜੀ ਤੀਸਰੀ ਜਿਹੜੀ ਪਾਉਣ ਹੈ, ਪਹਿਲੀ ਪ੍ਰਾਣ ਤੇ ਦੂਜੀ ਅਪਾਨ ਤੇ ਤੀਸਰੀ ਸਮਾਨ ਜੋ ਸਾਰੇ ਸਰੀਰ ਵਿੱਚ ਵਿਆਪਕ ਹੈ। ਫਿਰ ਉਦਿਆਨ ਤੇ ਇਸੇ ਤਰ੍ਹਾਂ ਵਿਆਨ। ਇਹ ਜਿਹੜੀ 5 ਪ੍ਰਕਾਰ ਦੀ ਪਾਉਣ ਹੈ। ਨਾਗ ਔਰ ਕੂਰਮ ਕ੍ਰਿਕਲ ਦੇਵ ਦਤ ਲਖੋ। ਫਿਰ ਇਸ ਤੋਂ ਬਾਅਦ 6ਵੀਂ ਜਿਹੜੀ ਪਾਉਣ ਹੈ ਉਹ ਹੈ ਨਾਗ। 7ਵੀਂ ਪਾਉਣ ਨੂੰ ਕੂਰਮ ਕਹਿੰਦੇ ਨੇ, 8ਵੀਂ ਨੂੰ ਕ੍ਰਿਕਲ ਤੇ 9ਵੀਂ ਨੂੰ ਦੇਵ ਦਤ ਜਾਣਨਾ ਕਰੋ। 10ਵੀਂ ਧਨੰਜੇ ਨਾਮ ਕਰਤ ਬਖਾਨ ਸੋ। ਜਿਹੜੀ 10ਵੀਂ ਪਾਉਣ ਹੈ ਉਹਦਾ ਨਾਮ ਹੈ ਜੀ ਧਨੰਜੈ। ਧਨੰਜੈ ਨਾਮ ਦੀ ਜਿਹੜੀ ਇਹ 10ਵੀਂ ਪਾਉਣ ਹੈ। ਪ੍ਰਾਣ ਰਾਏ ਰਿਦੇ ਮਾਏ ਗੁੱਦਾ ਮੈਂ ਅਪਾਨ ਜਾਨ। ਹੁਣ ਜਿਹੜੇ ਪ੍ਰਾਣ ਨੇ ਉਹ ਸਾਡੇ ਹਿਰਦੇ ਵਿੱਚ ਰਹਿੰਦੇ ਨੇ। ਪ੍ਰਾਣ ਦੀ ਜਿਹੜੀ ਜਗ੍ਹਾ ਨਾ, ਪਹਿਲੀ ਪਾਉਣ ਪ੍ਰਾਣ ਹੈ, ਉਹ ਹਿਰਦੇ ਦੇ ਵਿੱਚ ਸਾਡੀ ਰਹਿੰਦੀ ਹੈ। ਆਪਾਂ ਸਵਾਸ ਲੈਂਦੇ ਆ, ਅੰਦਰ ਨੂੰ ਪਾਉਣ ਜਾਂਦੀ ਹੈ, ਬਾਹਰ ਨੂੰ ਪਾਉਣ ਆਉਂਦੀ ਹੈ। ਇਹ ਕਿਰਿਆ ਜਿਹੜੀ ਸਵਾਸਾਂ ਦੀ ਚੱਲਦੀ ਹੈ। ਤੇ ਜਿਹੜੀ ਦੂਸਰੀ ਪਾਉਣ ਹੈ ਗੁਦਾ ਮੈਂ ਅਪਾਨ ਜਾਨ, ਜਿਹੜਾ ਸਾਡਾ ਗੁਦਾ ਹੈ, ਗੁਦਾ ਦੇ ਵਿੱਚ ਅਪਾਨ ਨਾਮ ਦੀ ਜਿਹੜੀ ਪਾਉਣ ਵਸਦੀ ਹੈ। ਨਾਭ ਮੇ ਸਮਾਨ ਕੰਠ ਬਿਖੇ ਉਦਿਆਨ ਸੋ। ਜਿਹੜੀ ਸਾਡੀ ਨਾਭੀ ਹੈ, ਨਾਭੀ ਵਿੱਚ ਸਮਾਨ ਪਾਉਣ ਰਹਿੰਦੀ ਹੈ। ਜਿੱਥੇ ਪਾਉਣ ਦੀ ਗੰਢ ਹੁੰਦੀ ਹੈ ਇੱਥੇ ਸਮਾਨ ਪਾਉਣ ਵਸਦੀ ਹੈ। ਤੇ ਜਿਹੜਾ ਸਾਡਾ ਕੰਠ ਹੈ, ਗਲਾ ਹੈ, ਗਲੇ ਦੇ ਵਿੱਚ ਉਦਿਆਨ ਨਾਮ ਦੀ ਪਾਉਣ ਰਹਿੰਦੀ ਹੈ। ਵਿਆਪਕ ਬਿਆਨ ਤਨ ਨਾਗ ਉਧਾਰ ਗਰੇ। ਤੇ ਜਿਹੜੀ ਸਾਧ ਸੰਗਤ ਬਿਆਨ ਪਾਉਣ ਹੈ ਇਹ ਸਾਡੇ ਸਾਰੇ ਸਰੀਰ ਦੇ ਵਿੱਚ ਵਿਆਪਕ ਰਹਿੰਦੀ ਹੈ, ਜਿੰਨਾ ਵੀ ਸਰੀਰ ਹੈ। ਇਸ ਤੋਂ ਬਾਅਦ 6ਵੀਂ ਜਿਹੜੀ ਪਾਉਣ ਹੈ ਨਾਗ ਉਦਾਗਰ। 6ਵੀਂ ਪਾਉਣ ਦੇ ਨਾਲ ਸਾਨੂੰ ਡਕਾਰ ਆਉਂਦੇ ਨੇ। ਜਦੋਂ ਆਪਾਂ ਡਕਾਰ ਲੈਂਦੇ ਆ ਨਾ ਭੋਜਨ ਛਕਣ ਤੋਂ ਬਾਅਦ, ਉਹ ਨਾਗ ਨਾਮ ਦੀ ਜਿਹੜੀ ਪਾਉਣ ਹੁੰਦੀ ਆ ਉਹਦੇ ਕਰਕੇ ਸਾਨੂੰ ਡਕਾਰ ਆਉਂਦੇ ਹਨ। ਕੂਰਮ ਸੁਲੋਚਨ ਕੀ ਪਲਕ ਖੁਲਾਨ ਸੋ। ਜਿਹੜੀ ਸਾਧ ਸੰਗਤ 7ਵੀਂ ਪਾਉਣ ਹੈ ਜਿਹਨੂੰ ਕੂਰਮ ਕਹਿੰਦੇ ਨੇ, ਆ ਜਿਹੜੀਆਂ ਅੱਖਾਂ ਦੀਆਂ ਸਾਡੀਆਂ ਪਲਕਾਂ ਖੁੱਲਦੀਆਂ ਨੇ, ਬੰਦ ਹੁੰਦੀਆਂ ਨੇ, ਇਸੇ ਪਾਉਣ ਦੇ ਨਾਲ ਸਾਡੀਆਂ ਅੱਖਾਂ ਦੀਆਂ ਪਲਕਾਂ ਬੰਦ ਹੁੰਦੀਆਂ ਤੇ ਖੁੱਲਦੀਆਂ ਹਨ। ਕ੍ਰਿਕਲ ਉਪਾਏ ਛਿਕ ਦੇਵ ਦਤ ਜੰਬਣ ਕੀ। ਜਿਹੜੀ ਕ੍ਰਿਕਲ ਨਾਮ ਦੀ ਪਾਉਣ ਹੈ, ਆਪਾਂ ਜਿਹੜੀ ਛਿਕ ਲੈਂਦੇ ਆ, ਇਸੇ ਪਾਉਣ ਕਰਕੇ ਸਾਨੂੰ ਛਿਕ ਆਉਂਦੀ ਹੈ। ਜਿਹੜੀ ਦੇਵਦੱਤ ਨਾਮ ਦੀ 9ਵੀਂ ਪਾਉਣ ਹੈ, ਇਹਦੇ ਨਾਲ ਆਪਾਂ ਜਿਹੜੀ ਜੰਭਾਈ ਲੈਂਦੇ ਆ ਨਾ, ਉਬਾਸੀ ਲੈਂਦੇ ਆ, ਇਹ ਦੇਵਦੱਤ ਪਾਉਣ ਕਰਕੇ ਸਾਨੂੰ ਉਬਾਸੀ ਆਉਂਦੀ ਹੈ। ਮ੍ਰਿਤ ਪੇਤਾ ਨੰਜੇ ਰਾਏ ਏਈ 10 ਪ੍ਰਾਨ ਸੋ। ਮਹਾਰਾਜ ਜੀ ਕਹਿੰਦੇ ਜਦੋਂ ਮਨੁੱਖ ਮ੍ਰਿਤਕ ਹੋ ਜਾਂਦਾ ਨਾ, ਸਰੀਰ ਤਿਆਗ ਦਿੰਦਾ ਹੈ, ਸਰੀਰ ਤਿਆਗਣ ਦੇ ਤੋਂ ਬਾਅਦ ਧਨੰਜੈ ਨਾਮ ਦੀ ਪਾਉਣ ਸਰੀਰ ਵਿੱਚ ਫੈਲ ਜਾਂਦੀ ਹੈ। ਜਦੋਂ ਪਾਉਣ ਦੀ ਗੰਢ ਆ ਨਾਭੀ ਵਿੱਚ ਹੁੰਦੀ, ਜਦੋਂ ਇਹ ਖੁੱਲ ਜਾਂਦੀ ਹੈ ਨਾ, ਇਸ ਤੋਂ ਬਾਅਦ ਜਦੋਂ ਸਵਾਸ ਨਿਕਲ ਜਾਂਦੇ ਨੇ, ਫਿਰ ਸਰੀਰ ਵਿੱਚ ਧਨੰਜੈ ਨਾਮ ਦੀ ਜਿਹੜੀ ਪਾਉਣ ਉਹ ਵਿਆਪਕ ਹੋ ਜਾਂਦੀ ਹੈ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਇਹ 10 ਪ੍ਰਕਾਰ ਦੀ ਜਿਹੜੀ ਪਾਉਣ ਹੈ ਸਾਡੇ ਸਰੀਰ ਦੇ ਵਿੱਚ ਅਲੱਗ-ਅਲੱਗ ਪ੍ਰਕਾਰ ਤਰ੍ਹਾਂ ਰਹਿਣਾ ਕਰਦੀ ਹੈ। ਇਸ ਤਰ੍ਹਾਂ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 10 ਪ੍ਰਕਾਰ ਦੀ ਪਾਉਣ ਬਾਰੇ ਜ਼ਿਕਰ ਕੀਤਾ ਹੈ। ਅੱਗੇ ਸਿੱਧਾ ਨੇ ਮਹਾਰਾਜ ਨੂੰ 5 ਤੱਤਾਂ ਦਾ ਸਵਾਲ ਕੀਤਾ ਸੀ, ਸਰੀਰ ਵਿੱਚ ਕਿੰਨੇ ਤੱਤ ਨੇ, ਕਿੰਨੇ ਤੱਤਾਂ ਨਾਲ ਸਰੀਰ ਬਣਿਆ ਹੈ।
ਇਹਨਾਂ ਤੱਤਾਂ ਦੇ ਸੂਖਮ ਰੂਪ ਕਿਹੜੇ ਹਨ ਤੇ ਇਹਨਾਂ ਤੱਤਾਂ ਦੇ ਵਿੱਚ ਅੱਗੋਂ ਇਹਨਾਂ ਦੇ ਗੁਣ ਤੇ ਇਹਨਾਂ ਦੇ ਸੁਭਾਵ ਕਿਹੜੇ-ਕਿਹੜੇ ਹਨ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਜਿਸ ਤਰ੍ਹਾਂ ਉਪਦੇਸ਼ ਬਖਸ਼ਿਸ਼ ਕੀਤਾ, ਕੱਲ ਦੇ ਦੀਵਾਨਾਂ ਦੇ ਵਿੱਚ ਆਪ ਜੀ ਉਪਦੇਸ਼ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਾਹਿਬ ਸੱਚੇ ਪਾਤਸ਼ਾਹ ਜਗਤ ਗੁਰਦੇਵ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਆਓ ਪ੍ਰੇਮ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਿਮਰਨ ਕਰਕੇ ਉਪਰੰਤ ਸਮਾਪਤੀ ਦਾ ਮੰਗਲ ਕਰੀਏ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ